ਨਾਨਕ ਸਾਹਿਬ ਮਹਾਰਾਜ ਜੀ ਅਫਗਾਨਿਸਤਾਨ ਦੇ ਇਲਾਕੇ ਦੇ ਵਿੱਚ ਜੋ ਕੁਰਮਾ ਨਾਮ ਦਾ ਇੱਕ ਇਲਾਕਾ ਹੈ, ਕਵੀ ਸੰਤੋਖ ਸਿੰਘ ਜੀ ਦੇ ਮੁਤਾਬਕ ਜਿੱਥੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਸਰੀਰਕ ਚੋਲਾ ਤਿਆਗਿਆ ਹੈ। ਪਰ ਕੁਝ ਵਿਦਵਾਨਾਂ ਦੀ ਰਾਏ ਹੈ ਜਾਂ ਭਾਈ ਮਨੀ ਸਿੰਘ ਜੀ ਉਹਨਾਂ ਨੇ ਕਰਤਾਰਪੁਰ ਦਾ ਹੀ ਜ਼ਿਕਰ ਕੀਤਾ ਹੈ। ਪਰ ਜੋ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਰਾਹੀਂ ਆਪਾਂ ਇਤਿਹਾਸ ਸੁਣ ਰਹੇ ਹਾਂ, ਉਸ ਮੁਤਾਬਕ ਅਫਗਾਨਿਸਤਾਨ ਦਾ ਇਹ ਇਲਾਕਾ ਹੈ। ਅਗਰ ਕਰਤਾਰਪੁਰ ਜੇ ਆਪਾਂ ਸਮਝ ਕੇ ਚੱਲੀਏ, ਕਿਉਂਕਿ ਤਵਾਰੀਖ ਦੇ ਮੁਤਾਬਕ 1534 ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਰਤਾਰਪੁਰ ਸਾਹਿਬ ਆ ਕੇ ਵਸਦੇ ਨੇ ਤੇ ਇਹ ਸਮਾਂ ਕਰਤਾਰਪੁਰ ਸਾਹਿਬ ਦਾ ਹੀ ਹੈ। ਪਰ ਫਿਰ ਬੇਨਤੀ ਕਰਾਂ, ਜੋ ਇਤਿਹਾਸ ਆਪ ਜੀ ਲੜੀਵਾਰ ਸਰਵਣ ਕਰਦੇ ਆ ਰਹੇ ਹੋ, ਗੁਰੂ ਨਾਨਕ ਸਾਹਿਬ ਜੀ ਦਾ ਇਹ ਪਾਵਨ ਇਤਿਹਾਸ ਉਸ ਮੁਤਾਬਕ ਸਤਿਗੁਰੂ ਜੀ ਖੁਰਮਾਪੁਰ ਜਿਹਨੂੰ ਕਹਿੰਦੇ ਆ, ਜਿੱਥੇ ਭਾਈ ਮਰਦਾਨਾ ਜੀ ਨੇ ਆਖਰੀ ਸਵਾਸ ਲਿਆ ਔਰ ਸਰੀਰਕ ਚੋਲਾ ਜਿਹੜਾ ਇਹ ਤਿਆਗਿਆ ਹੈ। ਸੰਸਾਰ ਦੇ ਵਿੱਚ ਦੋ ਪ੍ਰਕਾਰ ਦੇ ਪ੍ਰਾਣੀ ਨੇ, ਇੱਕ ਉਹ ਜੋ ਆਪਣੀ ਜ਼ਿੰਦਗੀ ਦੀ ਬਾਜੀ ਨੂੰ ਜਿੱਤ ਕੇ ਜਾਂਦਾ ਹੈ ਔਰ ਇੱਕ ਉਹ ਹੈ ਜੋ ਆਪਣੀ ਜ਼ਿੰਦਗੀ ਦੀ ਬਾਜੀ ਨੂੰ ਹਾਰ ਕੇ ਜਾਂਦਾ ਹੈ। ਜਿਹੜੇ ਆਪਣੀ ਜ਼ਿੰਦਗੀ ਦੀ ਬਾਜੀ ਨੂੰ ਜਿੱਤ ਕੇ ਜਾਂਦੇ ਨੇ ਉਹ ਗੁਰਮੁਖ ਨੇ ਤੇ ਜਿਹੜੇ ਹਾਰ ਕੇ ਜਾਂਦੇ ਨੇ ਉਹ ਮਨਮੁਖ ਨੇ। ਇਸ ਲਈ ਗੁਰਮੁਖਾਂ ਦੇ ਪਰਥਾਏ ਅੰਮ੍ਰਿਤ ਬਾਣੀ ਵਿੱਚ ਅਸੀਂ ਬਚਨ ਪੜ੍ਹਦੇ ਹਾਂ, ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਦਿਓ। ਤੇ ਜਿੱਥੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਦੀ ਸੰਗਤ ਕੀਤੀ, ਕੇਵਲ ਸੰਗਤ ਨਹੀਂ ਕੀਤੀ, ਜਿੰਨੀ ਵੀ ਗੁਰੂ ਸਾਹਿਬ ਨੇ ਬਾਣੀ ਉਚਾਰੀ ਹੈ ਉਸ ਬਾਣੀ ਦੇ ਨਾਲ ਨਾਲ ਰਬਾਬ ਵੀ ਭਾਈ ਮਰਦਾਨਾ ਜੀ ਨੇ ਵਜਾਈ ਹੈ। ਇਸੇ ਲਈ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ। ਕਿੰਨਾ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਪਿਆਰ ਹੈ ਭਾਈ ਮਰਦਾਨਾ ਜੀ ਦਾ ਕਿ ਜਦੋਂ ਵੀ ਗੁਰੂ ਨਾਨਕ ਸਾਹਿਬ ਜੀ ਦਾ ਜ਼ਿਕਰ ਚੱਲੇਗਾ ਤੇ ਭਾਈ ਮਰਦਾਨਾ ਜੀ ਦਾ ਨਾਮ ਜ਼ਰੂਰ ਆਏਗਾ। ਕੇਵਲ ਇਤਿਹਾਸ ਦੇ ਵਿੱਚ ਨਹੀਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੀ, ਜਿਹਨੂੰ ਗੁਰੂ ਸਾਹਿਬ ਨੇ ਆਪਣੇ ਹਿਰਦੇ ਵਿੱਚ ਥਾਂ ਦੇ ਦਿੱਤੀ, ਕਿੰਨਾ ਉਹ ਗੁਰੂ ਸਾਹਿਬ ਜੀ ਉਹਨੂੰ ਪਿਆਰ ਕਰਦੇ ਹੋਣਗੇ। ਜਿੱਥੇ ਇਤਿਹਾਸ ਵਿੱਚ ਆਪਾਂ ਭਾਈ ਮਰਦਾਨਾ ਜੀ ਬਾਰੇ ਜਾਣਿਆ ਸਮਝਿਆ, ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਭਾਈ ਮਰਦਾਨਾ ਜੀ ਦਾ ਨਾਮ ਆਉਂਦਾ ਹੈ। ਔਰ ਉਮਰ ਕਰਕੇ ਗੁਰੂ ਨਾਨਕ ਸਾਹਿਬ ਜੀ ਤੋਂ 10 ਸਾਲ ਵੱਡੇ ਨੇ ਭਾਈ ਮਰਦਾਨਾ ਜੀ, ਗੁਰੂ ਨਾਨਕ ਸਾਹਿਬ ਜੀ ਤੋਂ 10 ਸਾਲ ਉਮਰ ਦੇ ਵਿੱਚ ਵੱਡੇ। ਪਰ ਜੇ ਕਮਾਈ ਵੇਖੀਏ ਤੇ ਗੁਰੂ ਨਾਨਕ ਸਾਹਿਬ ਜੀ ਦੀ ਵੱਡੀ ਹੈ। ਇਸ ਲਈ ਗੁਰੂ ਸਾਹਿਬ ਜੀ ਦੇ ਸਾਥੀ ਬਣ ਕੇ, ਮਿੱਤਰ ਬਣ ਕੇ ਚੱਲੇ ਔਰ ਭਾਈ ਮਰਦਾਨਾ ਜੀ ਦੇ ਰਾਹੀਂ ਪਤਾ ਹੀ ਨਹੀਂ ਕਿੰਨਿਆਂ ਦਾ ਉਧਾਰ ਹੋਇਆ। ਗੁਰੂ ਸਾਹਿਬ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਦੇ ਰਾਹੀਂ ਕਿੰਨੇ ਭੁੱਲੇ ਭਟਕਿਆਂ ਨੂੰ ਸਿੱਧੇ ਮਾਰਗ ਤੇ ਪਾਇਆ, ਕਿੰਨਿਆਂ ਦੇ ਹੰਕਾਰ ਤੋੜੇ, ਕਿੰਨਿਆਂ ਨੂੰ ਕਰਮ ਕਾਂਡ ਵਿੱਚੋਂ ਦੀ ਕੱਢਿਆ। ਅੱਜ ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਬੜਾ ਆਰਾਮ ਸੌਖੇ ਤਰੀਕੇ ਦੇ ਨਾਲ ਸਰੀਰਕ ਚੋਲਾ ਜਿਹੜਾ ਉਹ ਤਿਆਗ ਦਿੱਤਾ ਹੈ। ਜਦੋਂ ਇਹ ਸਰੀਰਕ ਚੋਲਾ ਤਿਆਗਿਆ ਹੈ, ਉਸ ਵੇਲੇ ਕਵੀ ਜੀ ਦੇ ਕਹਿਣ ਮੁਤਾਬਕ ਭਾਈ ਬਾਲਾ ਜੀ ਨਾਲ ਨੇ। ਔਰ ਸ਼ੁਰੂ ਤੋਂ ਹੀ ਆਪਾਂ ਇੱਕ ਗੱਲ ਕਰਦੇ ਆ ਰਹੇ ਹਾਂ ਕਿ ਇਹ ਇਤਿਹਾਸ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਖਡੂਰ ਸਾਹਿਬ ਬੈਠ ਕੇ ਸੁਣ ਰਹੇ ਨੇ ਔਰ ਭਾਈ ਬਾਲਾ ਜੀ ਇਤਿਹਾਸ ਸੁਣਾ ਰਹੇ ਨੇ ਤੇ ਭਾਈ ਪੈੜਾ ਜੀ ਨਾਲ ਨਾਲ ਇਤਿਹਾਸ ਨੂੰ ਲਿਖ ਰਹੇ ਨੇ। ਹੁਣ ਜਦੋਂ ਸਰੀਰਕ ਚੋਲਾ ਭਾਈ ਸਾਹਿਬ ਜੀ ਨੇ ਤਿਆਗਿਆ, ਅਗਲੇਰੇ ਪ੍ਰਸੰਗ ਵਿੱਚ ਕਵੀ ਜੀ ਜੋ ਸਾਨੂੰ ਸੁਣਾਉਂਦੇ ਨੇ, ਬੜੇ ਪਿਆਰ ਦੇ ਨਾਲ ਸਰਵਣ ਕਰੀਏ ਜੀ। ਭਾ ਪੂਰਾ ਪ੍ਰਭ ਸੰਗ ਵਖਾਨਾ। ਇਹ ਭਾਈ ਬਾਲਾ ਜੀ ਕਹਿ ਰਹੇ ਨੇ ਕਿ ਜਦੋਂ ਆਖਰੀ ਸਾਹ ਨਿਕਲਿਆ, ਭਾ ਪੂਰਾ, ਉਸ ਵੇਲੇ ਭਾਈ ਮਰਦਾਨਾ ਜੀ ਦਾ ਜੀਵਨ ਸਫਰ ਪੂਰਾ ਹੋ ਗਿਆ, ਜੀਵਨ ਦੀ ਯਾਤਰਾ ਪੂਰੀ ਹੋ ਗਈ। ਧਿਆਨ ਰੱਖਿਓ, ਅਸੀਂ ਸਰੀਰਕ ਚੋਲਾ ਤਿਆਗਣ ਨੂੰ ਇਹ ਕਹਿ ਦਿੰਦੇ ਹਾਂ ਵੀ ਅੱਜ ਫਲਾਣਾ ਪੂਰਾ ਹੋ ਗਿਆ। ਸਰੀਰਕ ਚੋਲਾ ਛੱਡ ਦੇਣ ਨਾਲ ਕੋਈ ਪੂਰਾ ਨਹੀਂ ਹੋ ਜਾਂਦਾ। ਦੇਖਣਾ ਕਿ ਉਹਦਾ ਅਧਿਆਤਮਕ ਸਫਰ ਪੂਰਾ ਹੋਇਆ ਕਿ ਨਹੀਂ, ਉਹਦਾ ਜੀਵਨ ਲੇਖੇ ਵਿੱਚ ਲੱਗਾ ਹੈ ਕਿ ਨਹੀਂ, ਜਿਹੜੀ ਆਤਮਿਕ ਜੋਤ ਹੈ ਉਹ ਰੱਬੀ ਜੋਤ ਵਿੱਚ ਲੀਨ ਹੋਈ ਹੈ ਕਿ ਨਹੀਂ। ਪੂਰਾ ਉਹ ਹੋਏਗਾ ਜਿਹਦੀ ਜੀਵਨ ਯਾਤਰਾ ਪੂਰੀ ਹੋਈ ਹੈ, ਸਰੀਰਕ ਯਾਤਰਾ ਨਹੀਂ। ਸਰੀਰਕ ਯਾਤਰਾ ਜਿਹੜੀ ਮਿਲੀ ਸੀ ਉਸ ਦੌਰਾਨ ਜੇ ਉਹਨੇ ਨਾਮ ਦੀ ਖੱਟੀ ਖੱਟੀ ਹੈ, ਜੋ ਜੀਵਨ ਦਾ ਲਾਹਾ ਲੈਣਾ ਸੀ ਉਹ ਲਿਆ, ਇਹ ਤੇ ਉਹਦੀ ਜੀਵਨ ਯਾਤਰਾ ਵੀ ਸਫਲ ਹੈ, ਫਿਰ ਪੂਰਾ ਹੋ ਗਿਆ, ਕਿਉਂਕਿ ਪੂਰੇ ਵਿੱਚ ਜਾ ਕੇ ਸਮਾ ਗਿਆ। ਤੇ ਜੇ ਸਰੀਰ ਦਾ ਸਮਾਂ ਸਮਾਪਤ ਹੋ ਗਿਆ ਪਰ ਆਤਮਿਕ ਜੀਵਨ ਦਾ ਸਫਰ ਅਧੂਰਾ ਹੈ ਤੇ ਅਸੀਂ ਉਹਨੂੰ ਪੂਰਾ ਨਹੀਂ ਕਹਿ ਸਕਦੇ। ਪੂਰਾ ਉਹ ਹੈ ਜਿਹਨੂੰ ਗੁਰੂ ਕਿਹਾ ਜਾ ਸਕਦਾ ਹੈ, ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਉਹਨੂੰ ਕਹਿੰਦੇ ਆ ਇਹ ਪੂਰਾ ਹੋ ਗਿਆ। ਪਰ ਸਾਡੀ ਜ਼ੁਬਾਨ ਤੇ ਇਹ ਸ਼ਬਦ ਚੜ੍ਹ ਚੁੱਕਾ ਹੈ, ਜਦੋਂ ਵੀ ਕੋਈ ਸਰੀਰ ਛੱਡੇ ਅਸੀਂ ਕਹਿੰਦੇ ਆ ਵੀ ਆ ਪੂਰਾ ਹੋ ਗਿਆ। ਪਰ ਪੂਰਾ ਸ਼ਬਦ ਉਹਨਾਂ ਉੱਤੇ ਲੱਗਦਾ ਹੈ ਜਿਨ੍ਹਾਂ ਨੇ ਜੀਵਨ ਦੀ ਯਾਤਰਾ ਪੂਰੀ ਕੀਤੀ ਹੈ। ਸਫਲ 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 ਭਈ ਯਾਤਰਾ, ਜਿਹੜੀ ਅਧਿਆਤਮਿਕ ਯਾਤਰਾ ਹੈ। ਇਸ ਵਾਸਤੇ ਕਹਿੰਦੇ ਨੇ ਉਸ ਵੇਲੇ ਜਦੋਂ ਆਖਰੀ ਸਾਹ ਲਿਆ ਤੇ ਸਰੀਰ ਕੱਪੜੇ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਜਦੋਂ ਕੱਪੜਾ ਸਰੀਰ ਦਾ ਛੱਡਿਆ, ਭਾ ਪੂਰਾ, ਭਾਈ ਮਰਦਾਨਾ ਜੀ ਆਪਣਾ ਜੀਵਨ ਸਫਰ ਪੂਰਾ ਕਰ ਗਏ। ਪ੍ਰਭ ਸੰਗ ਬਖਾਨਾ, ਕਹਿੰਦੇ ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣਾ ਕੀਤਾ, ਰੱਬ ਵਿਖੇ ਲੀਨ ਮੈਂ ਜਾਣਾ। ਔਰ ਮੈਂ ਇਹ ਵੀ ਜਾਣ ਲਿਆ ਕਿ ਗੁਰੂ ਨਾਨਕ ਸਾਹਿਬ ਜੀ ਇਹ ਆਪ ਜੀ ਦੇ ਚਰਨਾਂ ਵਿੱਚ ਸਮਾ ਗਿਆ ਹੈ, ਇਹ ਆਪ ਜੀ ਦੇ ਹਿਰਦੇ ਵਿੱਚ ਸਮਾ ਗਿਆ ਹੈ। ਜਾਂ ਕਹਿ ਸਕਦੇ ਹਾਂ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਜੋਤ ਜਿਹੜੀ ਸੀ ਰੱਬੀ ਜੋਤ ਵਿੱਚ ਜਾ ਰਲੀ ਹੈ। ਸੁਖਮ ਅੰਮ੍ਰਿਤ ਉਤਮ ਗਤ ਪਾਏਂਗਾ। ਬੜਾ ਸੁਖਾਲਾ ਸਰੀਰਕ ਚੋਲਾ ਤਿਆਗਿਆ, ਕਿਉਂਕਿ ਆਤਮਿਕ ਤਲ ਦੇ ਉੱਤੇ ਉੱਤਮ ਗਤ ਪਾਏਂਗਾ, ਬੜੀ ਉੱਚੀ ਪਦਵੀ ਨੂੰ ਭਾਈ ਮਰਦਾਨਾ ਜੀ ਨੇ ਪਾਇਆ ਹੈ। ਜਯੋ ਹੋਏ ਜੋਗੀ ਜੋਗ ਕਮਾਏਂਗਾ। ਇਸ ਉੱਤਮ ਪਦਵੀ ਨੂੰ ਪਾਉਣ ਵਾਸਤੇ, ਅਧਿਆਤਮਿਕ ਅਵਸਥਾ ਦੇ ਵਿੱਚ ਇਹ ਉੱਚ ਅਵਸਥਾ ਨੂੰ ਪਾਉਣ ਵਾਸਤੇ ਜਿਹੜੇ ਜੋਗੀ ਨੇ ਉਹ ਯੋਗ ਸਾਧਨਾਵਾਂ ਕਰ ਕਰਕੇ ਹਾਰ ਜਾਂਦੇ ਨੇ। ਜਿਹੜੇ ਸਿੱਧ ਲੋਕ ਨੇ ਉਹ ਰਿੱਧੀਆਂ ਸਿੱਧੀਆਂ ਪਾ ਕੇ ਵੀ ਇਹ ਅਵਸਥਾ ਨਹੀਂ ਪਾ ਸਕਦੇ। ਇਸੇ ਲਈ ਮਹਾਰਾਜ ਨੇ ਉਹਨਾਂ ਨੂੰ ਆਖਿਆ ਸੀ, ਰਿੱਧਾਂ ਸਿੱਧਾਂ ਪ੍ਰਾਪਤ ਕਰਨ ਵਾਲਿਆਂ ਨੂੰ, ਜੇ ਤੁਸੀਂ 9 ਨਿੱਧੀਆਂ 18 ਸਿੱਧੀਆਂ ਪਾ ਲਈਆਂ ਪਰ ਜੇ ਤੁਸੀਂ ਕਹੋ ਵੀ ਕਾਮਯਾਬ ਹੋ ਗਏ ਆ, ਇਹ ਕਾਮਯਾਬੀ ਨਹੀਂ ਹਜੇ ਮਿਲੀ, ਇਹ ਤਾਂ ਹਜੇ ਮਾਇਆ ਦੀ ਸਵਾਦ ਨੇ।
ਇਹ ਉਹ ਸਵਾਦ ਨਹੀਂ ਹਜੇ ਤੁਸੀਂ ਚੱਕਿਆ। ਰਿੱਧ ਸਿੱਧ ਅਬਰਾ ਸਾਧ, ਅਬਰਾ ਮੈਨੇ ਹੋਰ, ਇਹ ਤਾਂ ਹੋਰ ਸਵਾਦ ਨੇ, ਹਜੇ ਤੁਸੀਂ ਕੁਝ ਅਵਸਥਾ ਨੂੰ ਪਾਇਆ ਹੀ ਨਹੀਂ ਹੈ। ਬੜੇ ਬੜੇ ਜੋਗੀ ਯੋਗ ਸਾਧਨਾਵਾਂ ਕਰਕੇ ਵੀ ਇਹ ਅਵਸਥਾ ਨਹੀਂ ਪਾਉਂਦੇ ਜਿਹੜੀ ਅੱਜ ਭਾਈ ਮਰਦਾਨਾ ਜੀ ਨੇ ਪਾ ਲਈ ਹੈ। ਬੜੇ ਬੜੇ ਯੋਗ ਅਭਿਆਸ ਕਰਕੇ ਇਸ ਅਵਸਥਾ ਨੂੰ ਨਹੀਂ ਪਾਇਆ ਜਾ ਸਕਦਾ। ਹੋਏ ਆਪ ਕੀ ਕਰੁਣਾ ਜਾਹੀ। ਇਹ ਜਾਂ ਫਿਰ ਮਹਾਰਾਜ ਤੁਹਾਡੀ ਕਿਰਪਾ ਹੋਵੇ, ਜਿਹਦੇ ਉੱਤੇ ਇਹ ਕਿਰਪਾ ਹੁੰਦੀ ਹੈ ਉਹੀ ਇਸ ਜੁਗਤ ਨੂੰ ਪਛਾਣ ਕੇ ਨਿਰੰਕਾਰ ਵਿੱਚ ਲੀਨ ਹੋ ਜਾਂਦਾ ਹੈ। ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਮਹਾਰਾਜ ਜੀ ਜਿਹਦੇ ਉੱਤੇ ਤੁਹਾਡੀ ਕਰੁਣਾ ਕਿਰਪਾ ਹੋਵੇ ਉਹੀ ਆਪਣੇ ਜੀਵਨ ਦੀ ਯਾਤਰਾ ਸਫਲ ਕਰਦਾ ਹੈ। ਪ੍ਰਾਪਤ ਅੰਮ੍ਰਿਤ ਸੋ ਅਸਨਰ ਤਾਹੀ। ਇਹ ਸੁਖਾਲਾ ਮਰਨਾ ਸੁਖਾਲਾ ਹੋ ਜਾਂਦਾ ਹੈ। ਪਹਿਲੀ ਗੱਲ ਤੇ ਸਾਨੂੰ ਇਹ ਨਹੀਂ ਪਤਾ ਵੀ ਅਸੀਂ ਸਾਡੀ ਮੌਤ ਕਿਵੇਂ ਹੋਣੀ ਹੈ। ਭਾਈ ਮਰਦਾਨਾ ਜੀ ਨੂੰ ਇਹ ਪਤਾ ਹੈ ਕਿ ਮੇਰੇ ਕਿੰਨੇ ਸਵਾਸ ਰਹਿ ਗਏ ਆ, ਪਰ ਕਿਉਂ? ਕਿਉਂਕਿ ਉਹ ਜਿਉਂਦਿਆਂ ਜੀ ਉਹਨਾਂ ਨੇ ਆਪਣਾ ਗੁਰੂ ਨਾਨਕ ਜੀ ਨੂੰ ਸਮਰਪਣ ਕਰ ਦਿੱਤਾ। ਜਾਂ ਗੁਰੂ ਨਾਨਕ ਸਾਹਿਬ ਜੀ ਦਾ ਹੀ ਉਹ ਰੂਪ ਹੋ ਚੁੱਕੇ ਸਨ, ਜਿਸ ਕਰਕੇ ਸਵਾਸਾਂ ਦੀ ਗੰਢ ਖੋਲਦਿਆਂ ਪਤਾ ਲੱਗ ਗਿਆ ਕਿ ਬਸ ਇੰਨੇ ਕੁ ਜ਼ਿੰਦਗੀ ਦੇ ਸਵਾਸ ਨੇ। ਅੰਦਰ ਭਗਤੀ ਦਾ ਜਾਗ ਹੀ ਇੰਨਾ ਗੂੜਾ ਚੜ ਗਿਆ। ਇੱਥੇ ਕਹਿੰਦੇ ਨੇ ਪਹਿਲੀ ਗੱਲ ਤੇ ਇਹ ਨਹੀਂ ਪਤਾ ਕਿਆ ਜਾਣਾ ਕਿ ਮਰੇਂਗੇ ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨ ਹੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਇੱਥੇ ਕਹਿੰਦੇ ਨੇ ਮਹਾਰਾਜ ਜੀ ਜਿਹਦੇ ਉੱਤੇ ਤੁਹਾਡੀ ਕਿਰਪਾ ਹੋਵੇ, ਪ੍ਰਾਪਤ ਮ੍ਰਿਤੂ ਸੋ ਅਸ ਨਰ ਤਾਹੀ। ਇੰਨਾ ਸੁਖਾਲਾ ਸਰੀਰ ਉਹੀ ਛੱਡ ਸਕਦਾ ਹੈ ਜਿਹਦੇ ਉੱਤੇ ਤੁਹਾਡੀ ਅਪਾਰ ਕਿਰਪਾ ਹੋਵੇ। ਜਿਉਂ ਗਜ ਫੂਲ ਮਾਲ ਕੋ ਡਰ ਹੈ। ਜਿਵੇਂ ਗੱਜ ਹਾਥੀ ਫੁੱਲਾਂ ਦੀ ਮਾਲਾ ਨੂੰ ਸੌਖਾ ਲਪਾ ਲੈਂਦਾ ਹੈ, ਲਾ ਲੈਂਦਾ, ਉਹਦੇ ਲਈ ਕੋਈ ਔਖਾ ਨਹੀਂ। ਇਸੇ ਤਰ੍ਹਾਂ ਜਿਨ੍ਹਾਂ ਨੇ ਨਾਮ ਦੀ ਕਮਾਈਆਂ ਕੀਤੀਆਂ ਨੇ ਉਹਨਾਂ ਨੂੰ ਸਰੀਰਕ ਚੋਲਾ ਤਿਆਗਣਾ ਕੋਈ ਔਖਾ ਨਹੀਂ ਲੱਗਦਾ। ਤੇ ਜਿਹਨੇ ਨਾਮ ਦਾ ਅਭਿਆਸ ਨਹੀਂ ਕੀਤਾ ਸਾਰੀ ਜ਼ਿੰਦਗੀ, ਫਿਰ ਅਖੀਰਲਾ ਵਕਤ ਕੈਸਾ ਹੁੰਦਾ ਹੈ? ਹੱਥ ਮਰੋੜਾ ਤਨ ਕਪੈ ਸਿਆਹ ਹੋਵਾ, ਸੇਤ ਹੱਥ ਪੈਰ ਮੁੜਦੇ ਨੇ। ਘਬਰਾਉਂਦਾ ਹੈ ਬੰਦਾ ਸਾਹਮਣੇ ਮੌਤ ਵੇਖ ਕੇ, ਤੇ ਰੰਗ ਵੀ ਉਹਦਾ ਚਿੱਟਾ ਪੈ ਜਾਂਦਾ ਹੈ ਘਬਰਾਹਟ ਦੇ ਵਿੱਚ। ਪਰ ਜਿਹੜੇ ਬੰਦਗੀ ਵਾਲੇ ਨਾਮ ਦੇ ਰੰਗਤ ਵਾਲੇ ਹੁੰਦੇ ਨੇ ਉਹ ਆਪਣਾ ਸਰੀਰਕ ਚੋਲਾ ਆਰਾਮ ਨਾਲ ਤਿਆਗ ਜਾਂਦੇ ਹਨ। ਤਿਉ ਬਸ ਖੇਦ ਨ ਮਨ ਮਹਿ ਧਾਰ ਹੈ। ਇਸ ਲਈ ਮਨ ਵਿੱਚ ਕੋਈ ਇਹ ਖੇਦ ਨਾ ਧਾਰੇ ਕਿ ਭਾਈ ਮਰਦਾਨਾ ਜੀ ਸਰੀਰਕ ਚੋਲਾ ਤਿਆਗਣ ਲੱਗਿਆ ਪਤਾ ਹੀ ਨਹੀਂ ਲੱਗਾ। ਬਸ ਬਿਲਕੁਲ ਆਰਾਮ ਨਾਲ ਸਰੀਰ ਤਿਆਗ ਦਿੱਤਾ, ਬੜੇ ਆਰਾਮ ਨਾਲ ਅਖੀਰਲਾ ਸਵਾਸ ਸਰੀਰ ਵਿੱਚੋਂ ਨਿਕਲ ਗਿਆ। ਇਹਦੇ ਤੇ ਕੋਈ ਸ਼ੰਕਾ ਨਾ ਕਰੇ, ਇਹਦੇ ਤੇ ਕੋਈ ਮਤਭੇਦ ਨਾ ਕਰੇ, ਕਿਉਂਕਿ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦੀ ਸੰਗਤ ਕਰਨ ਵਾਲੇ ਆ। ਕੇਵਲ ਸੰਗਤ ਨਹੀਂ, ਉਹਨਾਂ ਨੇ ਰੰਗਤ ਵੀ ਅੰਦਰ ਹਾਸਲ ਕੀਤੀ ਹੈ। ਇਸ ਲਈ ਅੱਜ ਉਹ ਆਪਣਾ ਜਨਮ ਲਿਖੇ ਲੱਗ ਗਏ ਹਨ। ਸ੍ਰੀ ਗੁਰ ਕਹਿਓ ਸੁਨੋ ਅਬਲਾ। ਕਹਿੰਦੇ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਭਾਈ ਬਾਲਾ ਜੀ ਨੂੰ ਆਖਣਾ ਕੀਤਾ, ਇਹ ਕੋ ਜਾਜ ਦੇਹੋ ਤਤਕਾਲਾ। ਮਹਾਰਾਜ ਜੀ ਕਹਿੰਦੇ ਭਾਈ ਮਰਦਾਨਾ ਜੀ ਦੇ ਸਰੀਰ ਦਾ ਸੰਸਕਾਰ ਕਰਨ ਦਾ ਪ੍ਰਬੰਧ ਕਰੋ। ਕਿਸੇ ਵੇਲੇ ਸਰੀਰ ਦਾ ਸੰਸਕਾਰ ਜਿਹੜਾ ਕਰਨਾ, ਹਾਲਾਂਕਿ ਜੇ ਦੇਖਿਆ ਜਾਏ ਤੇ ਇਸਲਾਮ ਧਰਮ ਚੋਂ ਆਇਆ, ਪਰ ਉਹਨਾਂ ਦੀ ਇੱਕ ਭਾਵਨਾ ਸੀ ਮਹਾਰਾਜ ਜੀ ਹੁਣ ਇਸ ਸਰੀਰ ਵਿੱਚੋਂ ਨਿਕਲਣਾ ਹੈ ਤੇ ਪਰਤ ਕੇ ਮੈਂ ਹੁਣ ਇਸ ਸਰੀਰ ਇਸ ਦੇਹ ਵਿੱਚ ਨਹੀਂ ਹੋਣਾ ਚਾਹੁੰਦਾ। ਮੈਂ ਆਪਣਾ ਜਨਮ ਲੇਖੇ ਵਿੱਚ ਲਾ ਕੇ ਸਵਾਰ ਕੇ ਜਾਣਾ ਚਾਹੁੰਦਾ। ਇਸ ਲਈ ਇਹ ਜ਼ਰੂਰੀ ਨਹੀਂ ਕਿ ਇਹਨੂੰ ਦਫਨਾਇਆ ਜਾਏ ਜਾਂ ਸੰਸਕਾਰ ਕੀਤਾ ਜਾਏ, ਜਿਵੇਂ ਤੁਹਾਡੀ ਮੌਜ ਹੈ। ਉੱਥੇ ਮਹਾਰਾਜ ਨੇ ਭਾਈ ਬਾਲਾ ਜੀ ਨੂੰ ਆਖਿਆ ਪ੍ਰਬੰਧ ਕਰੋ, ਹੁਣੇ ਹੀ ਸਰੀਰ ਦਾ ਸੰਸਕਾਰ ਕਰਨਾ ਹੈ। ਨਿਜ ਪਰ ਤੇ ਪਟੇਕ ਗੁਰ ਦੀਨੋ। ਮਹਾਰਾਜ ਨੇ ਉਸੇ ਵੇਲੇ ਆਪਣੇ ਜਿਹੜਾ ਸਾਹਿਬ ਜੀ ਦਾ ਹਜ਼ੂਰੀਆ ਹੋਏਗਾ ਜਾਂ ਬਸਤਰ ਹੋਏਗਾ, ਭਾਈ ਮਰਦਾਨਾ ਜੀ ਦਾ ਤਨ ਉੱਪਰ ਜਿਹੜਾ ਉਹ ਢੱਕ ਦਿੱਤਾ ਹੈ। ਤਬ ਮੈਂ ਇੱਕ ਆਪਨੋ ਲੀਨੋ। ਕਹਿੰਦੇ ਫਿਰ ਮੈਂ ਵੀ ਆਪਣੇ ਇੱਕ ਜਿਹੜਾ ਮੇਰੇ ਕੋਲ ਹਜ਼ੂਰੀਆ ਕਹਿ ਲਓ ਜਾਂ ਬਸਤਰ ਜਿਹੜਾ ਸੀ ਉਹ ਵੀ ਮੈਂ ਭਾਈ ਮਰਦਾਨਾ ਜੀ ਦੇ ਤਨ ਦੇ ਉੱਪਰ ਪਾਇਆ ਹੈ। ਦੋਨੋਂ ਨੀਕੀ ਵਿਦ ਸੋ ਪਾਏ। ਦੋਨੋਂ ਅਰਥ ਗੁਰੂ ਨਾਨਕ ਸਾਹਿਬ ਤੇ ਭਾਈ ਬਾਲਾ ਜੀ ਦੋਵਾਂ ਨੇ ਬਸਤਰ ਜਿਹੜਾ ਦੇ ਕੇ ਭਾਈ ਮਰਦਾਨਾ ਜੀ ਦਾ ਸਰੀਰ ਢਕਿਆ ਹੈ। ਬਹੁ ਕਸ਼ਟ ਕੀਨੋ ਇੱਕ ਥਾਏ। ਫਿਰ ਲੱਕੜ ਦਾ ਪ੍ਰਬੰਧ ਕੀਤਾ ਗਿਆ, ਲੱਕੜਾਂ ਆਸ-ਪਾਸ ਤੋਂ ਇਕੱਠੀਆਂ ਕੀਤੀਆਂ ਔਰ ਇੱਕ ਚਿਖਾ ਜਿਹੜੀ ਆ ਉਹ ਤਿਆਰ ਕੀਤੀ ਹੈ। ਕਹ ਪਰ ਥਰ ਕੇ ਪਾਵਕ ਜਾਰੀ। ਉੱਥੇ ਫਿਰ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਹੱਥੀਂ ਭਾਈ ਮਰਦਾਨਾ ਜੀ ਦੀ ਚਿਖਾ ਜਿਹੜੀ ਆ ਉਹ ਤਿਆਰ ਕਰਵਾ ਕੇ ਆਪਣੇ ਹੱਥੀਂ ਸਰੀਰ ਦਾ ਸੰਸਕਾਰ ਕੀਤਾ ਹੈ। ਤਤ ਸਿਨ ਦੇਹ ਪਸਮ ਕਰ ਡਾਰੀ। ਤਤ ਛਿਨ ਦਾ ਅਰਥ ਹੈ ਉਸੇ ਵੇਲੇ ਦੇਖਦਿਆਂ ਜਿਹੜਾ ਪੰਜ ਭੂਤਕ ਸਰੀਰ ਸੀ ਉਹ ਅਗਨ ਭੇਟ ਹੋ ਗਿਆ। ਦੇਖਦਿਆਂ ਭਾਈ ਮਰਦਾਨਾ ਜੀ ਦਾ ਸਰੀਰ ਭਸਮ ਜਿਹੜਾ ਕਿ ਭਸਮ ਦੀ ਢੇਰੀ ਜਿਹੜੀ ਸੀ ਉਹ ਬਣ ਗਈ। ਇਹੀ ਸਾਡਾ ਸੱਚ ਹੈ। ਅਸੀਂ ਜਿੰਨੀ ਮਰਜ਼ੀ ਉਡਾਰੀਆਂ ਲਾ ਲਈਏ, ਜਿੰਨਾ ਮਰਜ਼ੀ ਅਸੀਂ ਹੰਕਾਰ ਕਰ ਲਈਏ, ਪਰ ਸੱਚ ਇਹ ਹੈ ਵੀ ਇੱਕ ਦਿਨ ਆਹ ਤਨ ਮਿੱਟੀ ਹੈ, ਮਿੱਟੀ ਹੀ ਹੋ ਜਾਣਾ ਹੈ। ਜਿੰਨਾ ਮਰਜ਼ੀ ਇਹਨੂੰ ਆਪਾਂ ਸਾਜ ਸਵਾਰ ਸ਼ਿੰਗਾਰ ਕੇ ਰੱਖੀਏ, ਪਰ ਹੈ ਤਾਂ ਮਿੱਟੀ ਹੋਈ ਤੇ ਮਿੱਟੀ ਹੋ ਜਾਣੀ ਹੈ। ਇਹਨੂੰ ਪਰਮਾਤਮਾ ਨੇ ਪਹਿਲਾਂ ਹੀ ਸਾਜ ਸਵਾਰ ਸ਼ਿੰਗਾਰ ਕੇ ਭੇਜਿਆ। ਸਾਨੂੰ ਆਪਣਾ ਟਾਈਮ ਜਿਹੜਾ ਵੇਸਟ ਨਹੀਂ ਕਰਨਾ ਚਾਹੀਦਾ ਇਹਨੂੰ ਸਵਾਰਨ ਦੇ ਵਿੱਚ ਹੀ, ਜਦ ਕਿ ਪਰਮੇਸ਼ਵਰ ਨੇ ਪਹਿਲਾਂ ਸਾਨੂੰ ਸਵਾਰ ਕੇ 9 ਮਹੀਨੇ ਦਾ ਸਮਾਂ ਇਸੇ ਲਈ ਲਾਇਆ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਇਹਨੂੰ ਸਾਜਿਆ ਵੀ। 5 ਤੱਤਾਂ ਦਾ ਸਰੀਰ ਹੈ ਔਰ ਇਹਦੇ ਵਿੱਚ ਹੱਡ ਮਾਸ ਨਾੜੀ ਪਿੰਜਰ, ਇਹ 9 ਧਾਤਾਂ ਨੇ ਇਹਦੇ ਵਿੱਚ। ਧਿਆਨ ਰੱਖਿਓ 5 ਤੱਤ ਦਾ ਸਰੀਰ ਹੈ ਤੇ 9 ਧਾਤ ਇਹਦੇ ਵਿੱਚ ਪਾ ਕੇ ਤੇ ਪੂਰਾ ਇਹਨੂੰ ਸਾਜਿਆ ਸਵਾਰਿਆ ਤੇ ਸ਼ਿੰਗਾਰਿਆ। ਹੱਡ ਮਾਸ ਨਾੜੀ ਕੋ ਪਿੰਜਰ, ਕੱਲਾ ਪਹਿਲਾਂ ਹੱਡੀਆਂ ਦਾ ਪਿੰਜਰਾ, ਫਿਰ ਉਹਦੇ ਉੱਤੇ ਮਿੱਝ ਹੈ, ਫਿਰ ਉਹਦੇ ਉੱਤੇ ਆ ਚਮੜੀ ਲਾ ਕੇ ਸਵਾਰਿਆ, ਫਿਰ ਇਹਨਾਂ ਨਾੜਾਂ ਦੇ ਵਿੱਚ ਲਹੂ ਪਰਮੇਸ਼ਵਰ ਨੇ ਬਣਾ ਕੇ ਚਲਾਇਆ। ਉਹਨੇ ਪਹਿਲਾਂ ਹੀ ਸਾਨੂੰ ਸਾਜ ਸਵਾਰ ਸ਼ਿੰਗਾਰ ਕੇ ਭੇਜਿਆ, ਪਰ ਸਾਡੀ ਜ਼ਿੰਦਗੀ ਫਿਰ ਸ਼ਿੰਗਾਰਨ ਵਿੱਚ ਹੀ ਲੰਘ ਜਾਂਦੀ ਹੈ। ਇਹਦੇ ਨਾਲੋਂ ਅੰਦਰ ਨੂੰ ਸ਼ਿੰਗਾਰਨ ਵਾਸਤੇ ਅਸੀਂ ਆਏ ਹਾਂ, ਬੰਦਗੀ ਕਰਨ ਵਾਸਤੇ, ਨਾਮ ਦਾ ਅਭਿਆਸ ਕਰਨ ਵਾਸਤੇ। ਉਸ ਪਾਸੇ ਆਪਣਾ ਟਾਈਮ ਲਾਈਏ, ਸਮਾਂ ਲਾਈਏ ਤਾਂ ਕਿ ਅੰਦਰੋਂ ਸ਼ਿੰਗਾਰ ਕੇ ਜਾਈਏ। ਇੱਥੇ ਇਤਿਹਾਸ ਦੇ ਵਿੱਚ ਜ਼ਿਕਰ ਕਰਦੇ ਆ, ਕਹਿੰਦੇ ਨੇ ਥੋੜੇ ਸਮੇਂ ਵਿੱਚ ਦੇਖਦਿਆਂ ਇਹ ਤਨ ਜਿਹੜਾ ਸੀ ਭਸਮ ਹੋ ਗਿਆ। ਏਕ ਨਿਸਾ ਖੁਰਮੇਪੁਰ ਮਾਹੀ। ਕਵੀ ਜੀ ਦੇ ਕਹਿਣ ਦੇ ਮੁਤਾਬਕ ਏਕ ਨਿਸਾ, ਇੱਕ ਰਾਤ, ਖੁਰਮੇਪੁਰ ਜੋ ਅਫਗਾਨਿਸਤਾਨ ਦਾ ਵਿੱਚ ਇਲਾਕਾ ਹੈ, ਇੱਥੇ ਮਹਾਰਾਜ ਜੀ ਨੇ ਇੱਕ ਰਾਤ ਦਾ ਸਮਾਂ ਕੱਟਿਆ ਹੈ। ਰਹੇ ਪ੍ਰਭੂ ਜੈ ਟਿਕ ਦੁਖ ਜਾਹੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇੱਥੇ ਰਹੇ ਨੇ, ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਦੁੱਖ ਦੂਰ ਹੋ ਜਾਂਦੇ ਹਨ। ਭਈ ਤਿਆਰ ਚਲਨੇ ਕੋ ਜਬਹੀ। ਜਦੋਂ ਇੱਕ ਰਾਤ ਦਾ ਸਮਾਂ ਮਹਾਰਾਜ ਜੀ ਨੇ ਇੱਥੇ ਕੱਟਿਆ ਹੈ, ਅਗਲੇ ਦਿਨ ਫਿਰ ਇੱਥੋਂ ਚੱਲਣ ਦੀ ਤਿਆਰੀ ਕਰਦੇ ਹਨ। ਗੋਰਖ ਦਈ ਦਿਖਾਈ ਤਬਹੀ। ਮਹਾਰਾਜ ਜੀ ਜਦੋਂ ਚੱਲਣ ਦੀ ਤਿਆਰੀ ਕੀਤੀ ਜਾਂ 4 ਕਦਮ ਚੱਲੇ ਨੇ, ਉੱਥੇ ਫਿਰ ਕਹਿੰਦੇ ਆ ਗੋਰਖਨਾਥ ਜਿਹੜਾ, ਜਿਹਨੂੰ ਪਹਿਲਾਂ ਮਹਾਰਾਜ ਜੀ ਸਮੇਰ ਪਰਬਤ ਤੇ ਮਿਲ ਕੇ ਆਏ ਆ, ਗੋਰਖਨਾਥ ਕਹਿੰਦੇ ਉੱਥੇ ਆਇਆ ਹੈ। ਕਸੁਕ ਸਿੱਧ ਜੈ ਸੰਗ ਹੈ ਕਹੀ ਆਦੇਸ਼ ਆਦੇਸ਼। ਇਹਦੇ ਨਾਲ ਕੁਝ ਸਿੱਧ ਨੇ, ਇਹਦੇ ਕੁਝ ਚੇਲੇ ਇਹਦੇ ਨਾਲ ਨੇ
ਤੇ ਗੋਰਖਨਾਥ ਆਇਆ, ਵੇਖਿਆ ਵੀ ਇਹ ਤੇ ਧੰਨ ਗੁਰੂ ਨਾਨਕ ਸਾਹਿਬ ਨਾਨਕ ਤਪਾ ਜੀ ਨੇ। ਆਉਂਦਿਆਂ ਸਾਰ ਉਹਨੇ ਫਿਰ ਸਾਰਿਆਂ ਨੇ ਆਖਿਆ ਆਦੇਸ਼ ਆਦੇਸ਼। ਜਦੋਂ ਇਹ ਗੱਲ ਕਹਿੰਦੇ ਭਾਵ ਨਮਸਕਾਰ, ਗੁਰੂ ਨਾਨਕ ਜੀ ਨੂੰ ਨਮਸਕਾਰ ਕਰਦੇ ਹਨ। ਏਕ ਓੰਕਾਰ ਦੇਸ ਹੈ ਬੋਲੇ ਸ੍ਰੀ ਜਗਤੇਸ਼। ਅੱਗੋਂ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਜਵਾਬ ਦਿੱਤਾ, ਜਿਵੇਂ ਜਪਜੀ ਸਾਹਿਬ ਦੀ ਬਾਣੀ ਆਪਾਂ ਪੜ੍ਹਦੇ ਹਾਂ। ਪਹਿਲਾਂ ਵੀ ਜਦੋਂ ਇਹਨਾਂ ਨਾਲ ਮੁਲਾਕਾਤ ਹੋਈ ਉਦੋਂ ਵੀ ਸਾਂਝ ਪਾਈ ਤੇ ਇਹ ਆਦੇਸ਼ ਕਹਿੰਦੇ ਸਨ, ਤੇ ਮਹਾਰਾਜ ਨੇ ਕਿਹਾ ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ, ਇੱਕੋ ਵੇਸ ਉਹ ਇੱਕ ਓੰਕਾਰ, ਅਕਾਲ ਪੁਰਖ ਪਰਮੇਸ਼ਵਰ ਨੂੰ ਸਾਡੀ ਨਮਸਕਾਰ ਹੈ। ਸਿੱਧ ਸਭ ਬੈਠੇ ਬਚਨ ਲਾਏ। ਕਹਿੰਦੇ ਉਹ ਸਿੱਧ ਆ ਕੇ ਬੈਠ ਗਏ ਗੁਰੂ ਨਾਨਕ ਸਾਹਿਬ ਕੋਲ। ਗੋਰਖਨਾਥ ਆਪਣੇ ਸਾਥੀਆਂ ਨਾਲ ਆ ਕੇ ਬੈਠ ਗਿਆ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪੁੱਛਿਆ ਕਿ ਦੱਸੋ ਕਿਵੇਂ ਆਉਣਾ ਹੋਇਆ, ਕੀ ਹਾਲ ਚਾਲ ਹੈ। ਉਸ ਵੇਲੇ ਗੋਰਖਨਾਥ ਬੋਲਦਾ ਹੈ, ਕੈਸੇ ਦੁਰਮਤ ਤਿਆਗੀ ਜਾਏ। ਇਹ ਲੱਗਾ ਮਹਾਰਾਜ ਸਭ ਕਿਰਪਾ ਹੈ, ਬਸ ਕੁਝ ਸਵਾਲ ਨੇ ਜਿਨ੍ਹਾਂ ਦੇ ਜਵਾਬ ਤੁਹਾਡੇ ਕੋਲੋਂ ਅਸੀਂ ਚਾਹੁੰਦੇ ਹਾਂ, ਇਹ ਸਾਡੇ ਸਵਾਲਾਂ ਦੇ ਜਵਾਬ ਦਿਓ। ਮਹਾਰਾਜ ਨੇ ਆਖਿਆ ਵੀ ਦੱਸੋ ਕੀ ਸਵਾਲ ਹੈ। ਉਹ ਫਿਰ ਇਹ ਜਿੰਨੇ ਵੀ ਸਵਾਲ ਨੇ ਗੋਰਖਨਾਥ ਗੁਰੂ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਰੱਖਦਾ। ਪਹਿਲਾ ਸਵਾਲ ਕਿ ਦੁਰਮਤ ਕਿਵੇਂ ਨਾਸ਼ ਹੁੰਦੀ ਹੈ, ਦੁਰਮਤ ਕਿਵੇਂ ਜੀਵਨ ਦੇ ਵਿੱਚੋਂ ਦੀ ਭੈੜੀ ਮਤ, ਦੁਰਮਤ ਦਾ ਅਰਥ ਹੁੰਦਾ ਭੈੜੀ ਮਤ, ਵੀ ਭੈੜੀ ਮਤ ਦਾ ਤਿਆਗ ਕਿਵੇਂ ਹੁੰਦਾ ਹੈ। ਕਿਹ ਵਿੱਚ ਦੁਨੀਆ ਦੁੱਤਰ ਕਰੈ। ਔਰ ਇਸ ਭਵ ਸਾਗਰ ਤੋਂ ਇਹ ਦੁਨੀਆ ਇਹ ਲੋਕ ਕਿਵੇਂ ਪਾਰ ਹੋ ਸਕਦੇ ਆ ਜੋ ਦੁੱਤਰ ਹੈ। ਦੁੱਤਰ ਕਹਿੰਦੇ ਬੜਾ ਔਖਾ, ਬੜਾ ਕਠਿਨ। ਇਸ ਸੰਸਾਰ ਸਮੁੰਦਰ ਨੂੰ ਪਾਰ ਕਰਨਾ ਸੌਖੀ ਖੇਡ ਨਹੀਂ ਹੈ। ਅਸੀਂ ਮਾਇਆ ਦੀ ਤਲ ਤੇ, ਪਦਾਰਥਾਂ ਦੀ ਤਲ ਤੇ, ਗਿਆਨ ਦੀ ਤਲ ਤੇ ਉਡਾਰੀਆਂ ਮਾਰਦੇ ਆਂ ਵੀ ਭਵਜਲ ਪਾਰ ਹੋ ਜਾਾਂਗੇ, ਕਰਮ ਕਾਂਡ ਕਰਕੇ ਅਸੀਂ ਇਸ ਭਵਜਲ ਤੋਂ ਪਾਰ ਹੋ ਜਾਾਂਗੇ। ਇਹ ਸਾਡੀ ਮੂਰਖਤਾ ਹੀ ਹੈ। ਇੱਥੇ ਤੇ ਇੰਨੀਆਂ ਵੱਡੀਆਂ ਵੱਡੀਆਂ ਭਗਤੀਆਂ ਕਰਨ ਵਾਲੇ ਭਗਤ ਵੀ ਕਹਿੰਦੇ ਆ ਮੋਕੋ ਤਾਰ ਲੈ ਨਾਮਾ ਤਾਰ ਲੈ ਮੈਂ ਅਜਾਨ ਤਰਦੇ ਨਾ ਜਾਣੂ। ਇਹਦਾ ਮਤਲਬ ਕਿੰਨਾ ਦੁੱਤਰ ਹੈ ਇਹ ਸੰਸਾਰ ਸਮੁੰਦਰ ਪਾਰ ਕਰਨਾ। ਜੇ ਇੰਨੀ ਵੱਡੀ ਭਗਤੀ ਕਰਕੇ ਵੀ ਬੇਨਤੀ ਹੋ ਰਹੀ ਹੈ ਵੀ ਸਾਨੂੰ ਤਾਰ ਲਓ, ਸਾਡੇ ਕੋਲੋਂ ਤਰਿਆ ਨਹੀਂ ਜਾਣਾ, ਤੇ ਅਸੀਂ ਤੇ ਧਨ ਪਦਾਰਥਾਂ ਦੇ ਮਾਣ ਹੰਕਾਰ ਵਿੱਚ ਬੈਠੇ ਆ ਵੀ ਇਹਦੇ ਆਸਰੇ ਤਰ ਜਾਾਂਗੇ। ਇਹ ਪਾਣੀ ਵਾਲਾ ਸਮੁੰਦਰ ਤੇ ਤਰ ਸਕਦੇ ਆ, ਪਰ ਸੰਸਾਰ ਸਮੁੰਦਰ ਨਹੀਂ ਸਾਡੇ ਤੋਂ ਪਾਰ ਹੋਣਾ। ਇਸ ਲਈ ਇਹਨੇ ਆਖਿਆ ਵੀ ਜਿਹੜਾ ਇਹ ਦੁੱਤਰ ਸੰਸਾਰ ਹੈ ਇਹਦੇ ਵਿੱਚੋਂ ਪਾਰ ਉਤਾਰਾ ਕਿਵੇਂ ਹੁੰਦਾ ਹੈ। ਕਿਉਂ ਕਰ ਜੀਵਤ ਜਗ ਮਹਿ ਮਰੈ। ਇਸ ਤਰ੍ਹਾਂ ਜੀਵਦਿਆਂ ਜੀ ਜਗਤ ਵਿੱਚ ਆਪਣੇ ਆਪ ਨੂੰ ਮਾਰਿਆ ਜਾ ਸਕਦਾ ਹੈ। ਜੀਵਦਿਆਂ ਜੀ ਆਪਣੇ ਆਪ ਨੂੰ ਕਿਵੇਂ ਮਾਰਿਆ ਜਾ ਸਕਦਾ ਹੈ, ਇਹ ਸਵਾਲ ਕੀਤਾ ਹੈ। ਕੈਸੇ ਸੱਚ ਸੋ ਹੋਏ ਪਛਾਨੇ। ਇਸ ਤਰ੍ਹਾਂ ਸੱਚ ਨੂੰ ਪਛਾਣਿਆ ਜਾ ਸਕਦਾ ਹੈ। ਸੱਚ ਕੌਣ ਹੈ? ਆਦਿ ਸੱਚ, ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਇੱਕੋ ਹੀ ਹੈ, ਉਹ ਹੈ ਸੱਚ ਪਰਮੇਸ਼ਵਰ। ਸੱਚ ਪਰਮੇਸ਼ਵਰ ਨੂੰ ਕਿਵੇਂ ਪਛਾਣਿਆ ਜਾ ਸਕਦਾ ਹੈ। ਇਸ ਪ੍ਰਕਾਰ ਮਗਲੇ ਵਹਿ ਜਾਣੇ। ਮਗ ਮੈਨੇ ਰਸਤਾ, ਜਿਹੜਾ ਨਿਰੰਕਾਰ ਵੱਲ ਨੂੰ ਰਸਤਾ, ਸੰਸਾਰ ਤੋਂ ਨਿਰੰਕਾਰ ਵੱਲ ਨੂੰ ਰਸਤਾ ਜਾਂਦਾ ਹੈ, ਜਾਂ ਜਿਹੜਾ ਬੇਗਮਪੁਰਾ ਸ਼ਹਿਰ ਵੱਲ ਨੂੰ ਰਸਤਾ ਜਾਂਦਾ ਹੈ, ਉਹਦੀ ਪਛਾਣ ਕਿਵੇਂ ਹੋਏਗੀ? ਉਹ ਕਿਵੇਂ ਸਾਨੂੰ ਪਤਾ ਲੱਗੇਗਾ ਵੀ ਆਹ ਰਸਤਾ ਹੈ ਜਿਹੜਾ ਨਿਰੰਕਾਰ ਵੱਲ ਜਾਂਦਾ ਹੈ। ਹੋ ਤੇਰੀ ਖੀਕ ਬਸੀ ਕਹਿ ਪਾਤੀ। ਰਖੀਕ ਦਾ ਅਰਥ ਹੁੰਦਾ ਇੰਦਰੀਆਂ। ਇੰਦਰੀਆਂ ਨੂੰ ਕਿਵੇਂ ਵਸ ਵਿੱਚ ਕੀਤਾ ਜਾ ਸਕਦਾ ਹੈ? ਕਿਉਂਕਿ ਗੋਰਖਨਾਥ ਨੂੰ ਇਹਨਾਂ ਤੇ ਪਤਾ ਲੱਗ ਗਿਆ ਨਾ ਵੀ ਜੋ ਗੁਰੂ ਨਾਨਕ ਸਾਹਿਬ ਨੇ ਇਹਨਾਂ ਦੀ ਕਮਾਈ ਸਾਡੇ ਨਾਲੋਂ ਕਈ ਗੁਣਾ ਜ਼ਿਆਦਾ ਵੱਡੀ ਹੈ। ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਇਸ ਲਈ ਉਹ ਕਹਿ ਰਹੇ ਸਾਨੂੰ ਸਵਾਲਾਂ ਦੇ ਜਵਾਬ ਦਿਓ ਵੀ ਆਹ ਜਿਹੜੀਆਂ ਇੰਦਰੀਆਂ ਨੇ ਇਹਨਾਂ ਇੰਦਰੀਆਂ ਨੂੰ ਕਿਵੇਂ ਵਸ ਵਿੱਚ ਕਰੀਦਾ ਹੈ। ਕਿਹ ਤੇ ਮਨ ਮਨ ਹੈ ਸ਼ਾਂਤੀ। ਮਨ ਕਿਵੇਂ ਸ਼ਾਂਤ ਵਿੱਚ ਆਏਗਾ? ਮਨ ਨੂੰ ਟਿਕਾ ਕਿਵੇਂ ਮਿਲੇਗਾ? ਮਨ ਤੇ ਚੰਚਲ ਹੈ, ਮਨ ਹਰ ਵੇਲੇ ਭੱਜਿਆ ਫਿਰਦਾ ਹੈ, ਦੌੜਿਆ ਫਿਰਦਾ ਹੈ, ਨਾ ਰਾਤ ਟਿਕਦਾ ਨਾ ਦਿਨ ਟਿਕਦਾ। ਇਹ ਮਨ ਨੂੰ ਸ਼ਾਂਤੀ ਕਿਵੇਂ ਆਏਗੀ? ਮਨ ਨੂੰ ਸਕੂਨ ਕਿਵੇਂ ਆਏਗਾ? ਮਨ ਕਿਵੇਂ ਟਿਕਦਾ ਹੈ? ਕੈਸੇ ਰੂਪ ਕੀ ਤੋ ਵਿਸਤਾਰੂ। ਉਹ ਅਕਾਲ ਪੁਰਖ ਦਾ ਰੂਪ ਕੈਸਾ ਹੈ ਜਿਹਨੇ ਪੂਰਾ ਵਿਸਥਾਰ ਕੀਤਾ ਹੈ, ਜਿਹਨੇ ਇਸ ਕੁਦਰਤ ਨੂੰ ਸਾਜਿਆ ਹੈ। ਕਰਿਬੈ ਜੋਗ ਸੋ ਕੌਣ ਚਾਰੂ। ਕਿਹੜਾ ਅਸੀਂ ਐਸਾ ਉਪਚਾਰ ਕਰੀਏ, ਐਸਾ ਯਤਨ ਕਰੀਏ, ਐਸੀ ਜੁਗਤੀ ਅਪਣਾਈਏ ਕਿ ਜਿਹਦੇ ਨਾਲ ਅਸੀਂ ਆਪਣੇ ਜੀਵਨ ਦੇ ਵਿੱਚ ਇਹ ਕਾਮਯਾਬੀ ਹਾਸਲ ਕਰ ਲਈਏ। ਸਾਨੂੰ ਕਿਹੜਾ ਯੋਗ ਕਮਾਉਣਾ ਚਾਹੀਦਾ ਹੈ। ਕਿਹ ਤੇ ਆਵਹਿ ਕਿਸ ਮਹਿ ਜਾਈ। ਆਹ ਜਿਹੜੀ ਸਰੀਰ ਦੇ ਅੰਦਰ ਰੱਬੀ ਜੋਤ ਹੈ ਇਹ ਕਿੱਥੋਂ ਆਈ ਹੈ? ਉਹ ਇਹਨੇ ਕਿੱਥੋਂ ਦੀ ਨਿਕਲ ਕੇ ਜਾਣਾ ਕਿੱਥੇ ਹੈ? ਕਹਾਂ ਸਮਾਵਹਿ ਦੇਹੋ ਬਤਾਈ। ਇਹ ਰੱਬੀ ਜੋਤ ਕਿੱਥੋਂ ਆਈ ਆ, ਕਿੱਥੇ ਜਾਣਾ ਤੇ ਕਿੱਥੇ ਇਹਨੇ ਜਾ ਕੇ ਸਮਾਉਣਾ ਹੈ? ਸਾਨੂੰ ਇਹ ਦੱਸਣਾ ਕਰੋ ਜੀ। ਸੁਣ ਕਰ ਸਿਦਨ ਕੀ ਅਸਵਾਨੀ। ਇਹ ਜਿੰਨੇ ਵੀ ਸਵਾਲ ਤੁਸੀਂ ਸੁਣੇ ਨੇ ਇਹ ਗੋਰਖਨਾਥ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕੀਤੇ ਆ ਕਿ ਸਾਨੂੰ ਇੱਕ ਇੱਕ ਸਵਾਲ ਦਾ ਜਵਾਬ ਦੇ ਕੇ ਸਾਡੇ ਮਨ ਦੀ ਤਸੱਲੀ ਕਰਾਓ ਵੀ ਹਾਂ ਵਾਕਈ ਆਹ ਤਰੀਕੇ ਦੇ ਨਾਲ ਸੱਚ ਸਮਝ ਆਏਗਾ। ਇਸ ਤਰੀਕੇ ਦੇ ਨਾਲ ਪਤਾ ਲੱਗੇਗਾ ਰੱਬੀ ਜੋਤ ਕਿੱਥੋਂ ਆਈ ਆ, ਕਿੱਥੇ ਜਾਣੀ ਆ, ਕਿੱਥੇ ਜਾ ਕੇ ਇਹਨੇ ਸਮਾਉਣਾ ਹੈ, ਤੇ ਜਿਹਨੇ ਕੁਦਰਤ ਸਾਜੀ ਹੈ ਉਹਦਾ ਰੂਪ ਕੈਸਾ ਹੋਏਗਾ ਜਿਹਨੇ ਇਸ ਕੁਦਰਤ ਨੂੰ ਸੁੰਦਰ ਢੰਗ ਨਾਲ ਸਾਜਿਆ ਹੈ। ਇਹ ਸਾਰੇ ਸਵਾਲ ਜਦੋਂ ਕੀਤੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪਣੇ ਮੁਖਾਰ ਬਿੰਦ ਤੋਂ ਬੋਲਦੇ ਹਨ। ਉੱਤਰ ਕਹਿਓ ਤੁਰਤ ਗੁਣ ਖਾਨੀ। ਗੁਣਾਂ ਦੇ ਖਜ਼ਾਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਹਨਾਂ ਸਾਰੇ ਸਵਾਲਾਂ ਦੇ ਉੱਤਰ ਜਵਾਬ ਦਿੰਦੇ ਹਨ। ਗੁਰਮਤਿ ਲੈ ਦੁਰਮਤਿ ਤਬ ਦੀਨੀ। ਸਭ ਤੋਂ ਪਹਿਲਾਂ ਜਿਹੜਾ ਸਵਾਲ ਕੀਤਾ ਸੀ ਵੀ ਸਾਨੂੰ ਦੱਸੋ ਕੈਸੇ ਦੁਰਮਤ ਤਿਆਗੀ ਜਾਏ, ਭੈੜੀ ਮਤ ਨੂੰ ਕਿਵੇਂ ਤਿਆਗ ਕੀਤਾ ਜਾ ਸਕਦਾ, ਭੈੜੀ ਮਤ ਕਿਵੇਂ ਛੱਡੀ ਜਾ ਸਕਦੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਿਰ ਜਵਾਬ ਦਿੱਤਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਦੋਂ ਤੁਸੀਂ ਗੁਰਮੁਖ ਗੁਰੂ ਦੀ ਮਤ ਲਓਗੇ ਤਾਂ ਫਿਰ ਤੁਹਾਡੇ ਅੰਦਰੋਂ ਦੀ ਦੁਰਮਤ ਭੈੜੀ ਮਤ ਦਾ ਨਾਸ਼ ਹੋਏਗਾ। ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ। ਜਦੋਂ ਅਸੀਂ ਚੰਗੇ ਭਾਗਾਂ ਵਾਲੇ ਸਾਨੂੰ ਗੁਰੂ ਦੀ ਸੰਗਤ ਪ੍ਰਾਪਤ ਹੋ ਜਾਏਗੀ। ਗੁਰੂ ਦੀ ਸੰਗਤ ਵਿੱਚ ਬੈਠਿਆਂ ਭੈੜੀ ਮਤ ਨਾਸ਼ ਹੁੰਦੀ ਹੈ। ਇੱਥੇ ਚੰਗੀ ਮਤ ਦਾ ਪ੍ਰਕਾਸ਼ ਹੁੰਦਾ ਹੈ। ਇੱਥੇ ਕੁਮਤ ਖਤਮ ਹੁੰਦੀ ਹੈ ਤੇ ਸੁਮਤ ਅੰਦਰ ਆਉਂਦੀ ਹੈ। ਕਿਉਂਕਿ ਇੱਥੇ ਮਹਾਰਾਜ ਜੀ ਕਹਿੰਦੇ ਤੂੰ ਦੁਹਾਗਣ ਬਣ ਕੇ ਆਉਣਾ, ਪਰ ਜਦੋਂ ਤੂੰ ਜਾਣਾ ਤੇ ਸੁਹਾਗਣ ਬਣ ਕੇ ਜਾਣਾ। ਜਦੋਂ ਤੂੰ ਇੱਥੇ ਆਉਣਾ ਤੇ ਕੁਚੱਜੀ ਹੋ ਕੇ, ਜਿਹਨੂੰ ਚੱਜ ਨਹੀਂ ਹੈ ਜਿਉਣ ਦਾ, ਤੂੰ ਕੁਚੱਜੀ ਹੋ ਕੇ ਆਉਣਾ, ਪਰ ਜਦੋਂ ਸਿੱਖਿਆ ਲੈ ਕੇ ਜਾਣੀ ਆ ਤਾਂ ਸੁਚੱਜੀ ਹੋ ਕੇ ਜਾਣਾ ਹੈ। ਇੱਥੇ ਅਸੀਂ ਜਿਹੜਾ ਕੋਈ ਸੁਹਾਗਣ ਬਣ ਕੇ ਸੁਹਾਗ ਵਾਲੇ ਗੁਣ ਗ੍ਰਹਿਣ ਕਰਕੇ ਜੀਵਨ ਵਿੱਚ ਲੈ ਕੇ ਜਾਣੇ ਆ। ਇਸ ਲਈ ਮਹਾਰਾਜ ਨੇ ਆਖਿਆ ਵੀ ਦੁਰਮਤ ਦਾ ਨਾਸ਼ ਉਦੋਂ ਹੀ ਹੋਏਗਾ ਜਦੋਂ ਗੁਰਮਤ ਦੇ ਧਾਰਨੀ ਬਣੋਗੇ, ਜਦੋਂ ਗੁਰਮੁਖਾਂ ਦੀ ਸੰਗਤ ਮਿਲਦੀ ਹੈ। ਭਾਵ ਰੱਬ ਦੇ ਬੰਦਗੀ ਕਰਨ ਵਾਲੇ ਜਿਹੜੇ ਪਿਆਰੇ ਨੇ ਉਹਨਾਂ ਪਿਆਰਿਆਂ ਦੀ ਸੰਗਤ ਕਰਕੇ ਹੀ ਭੈੜੀ ਮਤ ਦਾ ਨਾਸ਼ ਹੁੰਦਾ ਹੈ। ਦੁਸਤਰ ਤਰੇ ਨਾਮ ਮਤ ਪੀਨੀ। ਔਰ ਦੁਸਤਰ ਦਾ ਅਰਥ ਵੀ ਹੈ ਕਠਨ, ਔਖਾ। ਜਿਹੜਾ ਇਹ ਸੰਸਾਰ ਸਮੁੰਦਰ ਔਖਾ ਹੈ ਪਾਰ ਕਰਨਾ, ਜਿਹਨੂੰ ਆਪਣੇ ਤਰੀਕੇ ਦੇ ਨਾਲ ਇਸ ਭਵਜਲ ਤੋਂ ਪਾਰ ਨਹੀਂ ਲੱਗਿਆ ਜਾ ਸਕਦਾ ਜਾਂ ਆਪਣੇ ਤਰੀਕੇ ਨਾਲ ਪਾਰ ਉਤਾਰਾ ਨਹੀਂ ਕੀਤਾ ਜਾ ਸਕਦਾ। ਮਹਾਰਾਜ ਜੀ ਕਹਿੰਦੇ ਇਹ ਦੁਸ਼ਟਰ ਜਿਹੜਾ ਸੰਸਾਰ ਹੈ ਤਰੇ ਨਾਮ ਮਤ ਭਿੰਨੀ।
ਜਦੋਂ ਤੁਹਾਡੀ ਮਤ ਨਾਮ ਵਿੱਚ ਭਿੱਜ ਜਾਏਗੀ, ਜਦੋਂ ਤੁਹਾਡੀ ਮਤ ਭਿੱਜ ਜਾਏਗੀ। ਹੁਣ ਇਹ ਗੱਲ ਤੇ ਥੋੜਾ ਜਿਹਾ ਧਿਆਨ ਲਾ ਕੇ ਸਮਝਣਾ। ਅਸੀਂ ਨਿਤਨੇਮ ਵੀ ਕਰਦੇ ਹਾਂ, ਬਾਣੀ ਅਸੀਂ ਪੜ੍ਹਦੇ ਵੀ ਹਾਂ, ਸੁਣਦੇ ਵੀ ਹਾਂ, ਅਸੀਂ ਗੁਰੂ ਘਰ ਆ ਕੇ ਸੰਗਤ ਵਿੱਚ ਕੀਰਤਨ ਕਥਾ ਪਾਠ ਨਾਲ ਵੀ ਜੁੜਦੇ ਹਾਂ, ਪਰ ਆਪਣੇ ਆਪਣੇ ਅੰਦਰ ਜਾਤੀ ਇਹ ਮਾਰਨੀ ਹੈ ਕਿ ਅਸੀਂ ਜੋ ਨਿਤਨੇਮ ਕੀਤਾ, ਜੋ ਗੁਰਬਾਣੀ ਕੀਰਤਨ ਪਾਠ ਸੁਣਿਆ, ਕਿ ਸਾਡੀ ਮਤ ਉੱਥੇ ਭਿੱਜ ਗਈ ਕਿ ਨਹੀਂ ਭਿੱਜੀ। ਜੇ ਸਾਡੀ ਮਤ ਅੰਦਰ ਨਹੀਂ ਭਿੱਜੀ ਹੈ ਤੇ ਫਿਰ ਅੰਦਰੋਂ ਦੁਰਮਤ ਦਾ ਨਾਸ਼ ਨਹੀਂ ਹੋਣਾ, ਫਿਰ ਇਸ ਭਵਜਲ ਚੋਂ ਪਾਰ ਉਤਾਰਾ ਨਹੀਂ ਹੋਣਾ, ਕਿਉਂਕਿ ਅੰਦਰ ਦੇ ਅਵਗੁਣਾਂ ਦਾ ਭਾਰ ਉਸੇ ਤਰ੍ਹਾਂ ਹੀ ਬਣਿਆ ਤੇ ਸੰਸਾਰ ਸਮੁੰਦਰ ਤੋਂ ਉਹ ਪਾਰ ਲੱਗੇਗਾ ਜਿਹੜਾ ਹੌਲਾ ਹੋਏਗਾ, ਭਾਰਾ ਤੇ ਲੰਘ ਨਹੀਂ ਸਕਦਾ। ਹੁਣ ਕਈ ਕਹਿਣਗੇ ਸਾਡਾ ਤੇ ਸਰੀਰ ਹੀ ਬੜਾ ਹਲਕਾ ਰਿਹਾ, ਅਸੀਂ ਤੇ ਤਰ ਜਾਾਂਗੇ, ਕਿਤੇ ਜਿਨ੍ਹਾਂ ਦੀ ਦੇਹ ਭਾਰੀ ਹੈ ਉਹਨਾਂ ਨੂੰ ਹੋਏਗਾ ਡਰ, ਪਰ ਗੱਲ ਦੇਹ ਦੀ ਨਹੀਂ ਹੈ, ਦੇਹ ਨੇ ਪਾਰ ਨਹੀਂ ਲੰਘਣਾ, ਪਾਰ ਲੰਘਣਾ ਇਸ ਜਿੰਦ ਨੇ, ਤੇ ਜਿੰਦ ਉੱਤੇ ਅਸੀਂ ਪਤਾ ਨਹੀਂ ਕਿੰਨੇ ਵਿਕਾਰਾਂ ਦਾ ਬੋਝ ਲੱਦੀ ਫਿਰਦੇ ਹਾਂ। ਕਬੀਰ ਬੇੜਾ ਜ਼ਰਜ਼ਰਾ ਫੁੱਟੇ 6000 ਹਰੂਏ ਹਰੂਏ ਤਿਰ ਗਏ ਡੂਬੇ ਜਿਨ ਸਿਰ ਭਾਰ। ਕਿਹੜੇ ਕਿਹਨਾਂ ਦੇ ਸਿਰ ਉੱਤੇ ਭਾਰ ਤੇ ਕਿਹੜਾ ਸੀ? ਉਹ ਦੁਰਮਤ ਦਾ, ਭੈੜੀ ਮਤ ਦਾ। ਭੈੜੀ ਮਤ ਕਰਕੇ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਭਾਰ ਸੀ ਨਾ, ਉਹ ਡੁੱਬ ਗਏ। ਤੇ ਜਿਨ੍ਹਾਂ ਨੇ ਆਪਣੀ ਭੈੜੀ ਮਤ ਨੂੰ ਖਤਮ ਕਰਕੇ ਚੰਗੀ ਮਤ ਲੈ ਲਈ, ਉਹਨਾਂ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਭਾਰ ਨਿਕਲ ਗਿਆ, ਉਹ ਹੌਲੇ ਹੋ ਗਏ। ਇਸ ਲਈ ਮਹਾਰਾਜ ਨੇ ਆਖਿਆ ਵੀ ਇਹ ਜਿਹੜਾ ਦੁਸ਼ਟਰ ਔਖਾ ਹੈ ਸੰਸਾਰ ਸਮੁੰਦਰ ਪਾਰ ਕਰਨਾ, ਇਹ ਤਰਿਆ ਜਾ ਸਕਦਾ ਹੈ ਕਦੋਂ? ਨਾਮ ਮਤ ਭਿੰਨੀ, ਜਦੋਂ ਤੁਹਾਡੀ ਮਤ ਨਾਮ ਵਿੱਚ ਭਿੱਜ ਜਾਏਗੀ, ਜਦੋਂ ਨਾਮ ਦੀ ਬਰਸਾਤ ਤੁਹਾਡੇ ਤੇ ਹੋਏਗੀ ਤੇ ਤੁਹਾਡਾ ਮਨ, ਤੁਹਾਡੀ ਮਤ ਅੰਦਰੋਂ ਨਾਮ ਵਿੱਚ ਭਿੱਜੇਗੀ। ਤੇ ਜਿਨ੍ਹਾਂ ਦੀ ਮਤ ਭਿੱਜ ਜਾਂਦੀ ਹੈ ਨਾਮ ਦੇ ਵਿੱਚ, ਉਹ ਫਿਰ ਇਹ ਔਖਾ ਸੰਸਾਰ ਪਾਰ ਕਰਦੇ ਹਨ। ਗੁਰ ਕਾ ਸ਼ਬਦ ਹਿਰਦੈ ਮਹਿ ਧਰਿਆ, ਗੁਰੂ ਦਾ ਸ਼ਬਦ ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚ ਧਰਿਆ ਹੈ, ਜੀਵਤ ਮ੍ਰਿਤਕ ਬਹੁਰ ਨ ਮਰਿਆ। ਉਹ ਜਿਉਂਦਿਆਂ ਜੀ ਮਰ ਜਾਂਦਾ ਹੈ ਤੇ ਦੁਬਾਰਾ ਉਹਦੀ ਮੌਤ ਨਹੀਂ ਹੁੰਦੀ। ਇਹ ਸਵਾਲ ਕੀਤਾ ਸੀ ਵੀ ਜਿਉਂਦਿਆਂ ਆਪਣੇ ਆਪ ਨੂੰ ਕਿਵੇਂ ਮਾਰਿਆ ਜਾ ਸਕਦਾ ਹੈ? ਮਾਰਨਾ ਸਰੀਰ ਦਾ ਨਹੀਂ, ਕਿਉਂਕਿ ਸਰੀਰ ਦੀ ਮੌਤ ਤਾਂ ਇੱਕ ਦਿਨ ਹੋਣੀ ਹੋਣੀ ਹੈ। ਜਿਸ ਦਿਨ ਹੋਣੀ ਹੈ ਉਸ ਦਿਨ ਕਿਸੇ ਨੇ ਬਚਾਉਣਾ ਕੋਈ ਨਹੀਂ। ਉਹਨੂੰ ਮਲਕਲ ਮੌਤ ਕਹਿੰਦੇ ਆ। ਅਸੀਂ ਕਹਿੰਦੇ ਆ ਅੱਜ ਮੈਂ ਮੌਤ ਦੇ ਮੂੰਹ ਚੋਂ ਨਿਕਲ ਆਇਆ, ਜਾਂ ਕਈ ਕਹਿੰਦੇ ਜੀ ਮੈਂ ਤੇ ਪਤਾ ਨਹੀਂ ਕਿੰਨੀ ਵਾਰੀ ਮੌਤ ਦੇ ਮੂੰਹ ਚੋਂ ਨਿਕਲਿਆ। ਉਹ ਫਿਰ ਮਲਕਲ ਮੌਤ ਨਹੀਂ ਸੀ, ਕਿਉਂਕਿ ਜਿਸ ਦਿਨ ਮਲਕਲ ਮੌਤ ਆ ਗਈ ਨਾ, ਉਸ ਦਿਨ ਨਿਕਲਣਾ ਬੜਾ ਔਖਾ ਹੈ। ਮਲਕਲ ਮੌਤ ਜਾਂ ਆਗ ਸੀ ਸਭ ਦਰਵਾਜ਼ੇ ਭੰਨ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਦੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ, ਉਸ ਦਿਨ ਨਹੀਂ ਨਿਕਲਿਆ ਜਾਣਾ। ਪਰ ਇੱਥੇ ਗੱਲ ਸਰੀਰ ਦੀ ਮੌਤ ਦੀ ਨਹੀਂ, ਇੱਥੇ ਜ਼ਮੀਰ ਦੀ ਗੱਲ ਹੋ ਰਹੀ ਹੈ, ਇੱਥੇ ਆਤਮਕ ਦੀ ਗੱਲ ਹੋ ਰਹੀ ਹੈ। ਸ਼ਬਦ ਵਿੱਚ ਆਪਣਾ ਆਪਾ ਮਾਰ ਦਿਓ, ਆਪਣੀ ਹਉਮੈ ਨੂੰ ਮਾਰ ਦਿਓ, ਆਪਣੇ ਅੰਦਰ ਦੀ ਮੈਂ ਨੂੰ ਮਾਰ ਦਿਓ। ਜਦੋਂ ਤੁਸੀਂ ਆਪਣੇ ਹਉਮੈ ਨੂੰ ਸ਼ਬਦ ਵਿੱਚ ਮਾਰ ਦਿਓਗੇ, ਤੁਹਾਡੀ ਜ਼ਮੀਰ ਜਾਗ ਜਾਏਗੀ, ਤੁਹਾਡੀ ਆਤਮਕ ਜਿਹੜੀ ਹੈ ਮੌਤ ਨਹੀਂ ਹੋਏਗੀ, ਫਿਰ ਤੁਸੀਂ ਆਤਮਕ ਤੌਰ ਤੇ ਸਦਾ ਜੀਵਤ ਰਹੋਗੇ, ਫਿਰ ਤੁਹਾਨੂੰ ਆਤਮਕ ਮੌਤੇ ਮਰਨਾ ਨਹੀਂ ਪਏਗਾ। ਤੇ ਧਿਆਨ ਰੱਖਿਓ, ਸਰੀਰ ਦੀ ਮੌਤ ਤਾਂ ਇੱਕ ਵਾਰ ਹੈ, ਪਰ ਆਤਮਕ ਮੌਤੇ ਅਸੀਂ ਪਤਾ ਨਹੀਂ ਕਿੰਨੀ ਵਾਰ ਮਰਦੇ ਹਾਂ, ਕਿੰਨੀ ਵਾਰ ਜੀਉਂਦੇ ਹਾਂ, ਕਿੰਨੀ ਵਾਰ ਸਾਡੀ ਜ਼ਮੀਰ ਮਰਦੀ ਹੈ, ਜਾਗਦੀ ਹੈ, ਫਿਰ ਮਰਦੀ ਹੈ, ਫਿਰ ਜਾਗਦੀ ਹੈ। ਇਹ ਸਿਸਟਮ ਚੱਲਦਾ ਹੀ ਰਹਿੰਦਾ। ਪਰ ਜਿਨ੍ਹਾਂ ਨੇ ਸ਼ਬਦ ਵਿੱਚ ਆਪਣਾ ਆਪਾ ਮਾਰ ਦਿੱਤਾ, ਉਹ ਫਿਰ ਜਿਉਂਦੇ ਨੇ, ਤੇ ਜਦੋਂ ਜਿਉਂਦੇ ਨੇ ਦੁਬਾਰਾ ਉਹਨਾਂ ਦੀ ਜ਼ਮੀਰ ਨਹੀਂ ਮਰਦੀ, ਫਿਰ ਉਹਨਾਂ ਦੀ ਇਨਸਾਨੀਅਤ ਨਹੀਂ ਮਰਦੀ। ਜਿਸ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਖੰਡੇ ਦੀ ਪੌੜ ਤਿਆਰ ਕੀਤੀ ਹੈ, ਖਾਲਸਾ ਪੰਥ ਮਹਾਰਾਜ ਜੀ ਨੇ ਸੱਜਿਆ ਹੈ, ਜਿਹੜੇ ਪੰਜ ਪਿਆਰੇ ਉੱਠੇ ਨੇ, ਪਹਿਲਾਂ ਉਹਨਾਂ ਦਾ ਜੀਵਨ ਹੋਰ ਹੈ, ਪਰ ਜਦੋਂ ਉਹਨਾਂ ਨੇ ਆਪਣਾ ਆਪਾ ਸਮਰਪਣ ਕਰ ਦਿੱਤਾ, ਇੱਕ ਤਰ੍ਹਾਂ ਮਰ ਕੇ ਦੁਬਾਰਾ ਜੀਵਤ ਹੋਏ ਨੇ। ਉਹਨਾਂ ਦਾ ਦੁਬਾਰਾ ਜੀਵਨ ਹੋਇਆ, ਤੇ ਜਦੋਂ ਉਹਨਾਂ ਨੇ ਗੁਰੂ ਸਾਹਿਬ ਨੂੰ ਸਮਰਪਣ ਕਰਕੇ ਜੀਵਤ ਹੋਣਾ ਕੀਤਾ, ਉਹ ਸਦਾ ਲਈ ਜਿਉਂਦੇ ਨੇ। ਜਦੋਂ ਵੀ ਖੰਡੇ ਦੀ ਪੌੜ ਤਿਆਰ ਹੋਏਗੀ ਤੇ ਕੌਣ ਤਿਆਰ ਕਰੇਗਾ? ਪੰਜ ਪਿਆਰੇ ਤਿਆਰ ਕਰਨਗੇ, ਕਿਉਂਕਿ ਉਹ ਸਦਾ ਲਈ ਜੀਵਤ ਨੇ, ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ, ਕੋਈ ਮਿਟਾ ਨਹੀਂ ਸਕਦਾ, ਕਿਉਂਕਿ ਉਹਨਾਂ ਨੇ ਸ਼ਬਦ ਵਿੱਚ ਗੁਰੂ ਚਰਨਾਂ ਵਿੱਚ ਆਪਣਾ ਆਪਾ ਮਾਰ ਕੇ ਮਿਟਾ ਕੇ ਦੁਬਾਰਾ ਜਨਮ ਲਿਆ। ਅੱਜ ਵੀ ਜਦੋਂ ਅਸੀਂ ਖੰਡੇ ਦੀ ਪੌੜ ਲੈ ਕੇ ਆਉਂਦੇ ਹਾਂ ਤੇ ਸਾਡਾ ਉਹ ਨਵਾਂ ਜਨਮ ਹੁੰਦਾ ਹੈ। ਪਿਛਲਾ ਜਨਮ ਸਾਡਾ ਸਮਾਪਤ, ਪਿਛਲੀ ਜ਼ਿੰਦਗੀ ਸਾਰੀ ਖਤਮ ਹੋ ਜਾਂਦੀ ਹੈ। ਜਿਸ ਦਿਨ ਖੰਡੇ ਦੀ ਪੌੜ ਲੈ ਕੇ ਨਿਕਲਦੇ ਹਾਂ, ਉਸ ਦਿਨ ਸਾਡਾ ਨਵਾਂ ਜਨਮ ਹੁੰਦਾ ਹੈ, ਉਸ ਦਿਨ ਅਸੀਂ ਨਵਾਂ ਜੀਵਨ ਲੈ ਕੇ ਨਿਕਲਦੇ ਹਾਂ। ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਵੀ ਜ਼ਿਕਰ ਕੀਤਾ, ਮਹਾਰਾਜ ਕਹਿੰਦੇ ਸ਼ਬਦ ਮਰੋ ਫਿਰ ਜੀਵੋ ਸਦ ਹੀ। ਪਹਿਲਾਂ ਸ਼ਬਦ ਵਿੱਚ ਮਰੋ, ਸ਼ਬਦ ਨੂੰ ਵਿੱਚ ਆਪਣਾ ਆਪਾ ਮਾਰੋ, ਪਰ ਅਸੀਂ ਆਪਣਾ ਆਪਾ ਨਹੀਂ ਮਾਰਦੇ, ਅਸੀਂ ਸਗੋਂ ਸ਼ਬਦ ਨੂੰ ਵੀ ਜਿਤਾ ਦਿੰਦੇ ਹਾਂ ਕਿ ਦੇਖਿਆ ਮੈਂ ਇੰਨੀ ਵਾਰੀ ਪੜ੍ਹਿਆ। ਅਸੀਂ ਆਪਣਾ ਆਪਾ ਮਾਰਨਾ ਸੀ, ਅਸੀਂ ਸ਼ਬਦ ਨੂੰ ਵੀ ਜਿਤਾ ਦਿੱਤਾ ਕਿ ਆਹ ਸ਼ਬਦ ਮੈਂ ਇੰਨੀ ਵਾਰ ਪੜ੍ਹ ਲਿਆ, ਮੈਂ ਤੇ ਫਿਰ ਆ ਗਈ, ਮੈਂ ਤੇ ਮਰੀ ਕੋਈ ਨਹੀਂ ਉਹਦੇ ਵਿੱਚ, ਮੈਂ ਇੰਨੀ ਵਾਰ ਆਹ ਸ਼ਬਦ ਪੜ੍ਹ ਲਿਆ, ਇੰਨੀ ਵਾਰ ਇਹ ਸ਼ਬਦ ਦੀ ਗਿਣਤੀ ਕਰਕੇ ਦੱਸ ਦਿੱਤੀ ਹੈ, ਫਿਰ ਮੈਂ ਤਾਂ ਮਰੀ ਨਹੀਂ ਅੰਦਰ। ਹਉਮੈ ਜਿਹੜਾ ਆਪਣਾ ਆਪਾ ਮਾਰਨਾ ਸੀ, ਉਹ ਤੇ ਮਾਰਿਆ ਹੀ ਕੋਈ ਨਹੀਂ, ਤੇ ਫਿਰ ਜੀਵਤ ਕਿੱਥੋਂ ਹੋਣਾ ਸੀ? ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਫਿਰ ਤੁਹਾਨੂੰ ਆਤਮਕ ਤਲ ਤੇ ਮਰਨਾ ਨਹੀਂ ਪਏਗਾ ਦੁਬਾਰਾ, ਫਿਰ ਤੁਹਾਡੀ ਜ਼ਮੀਰ ਦੁਬਾਰਾ ਨਹੀਂ ਮਰੇਗੀ। ਭਾਈ ਗੁਰਦਾਸ ਜੀ ਕਹਿੰਦੇ ਮੁਰਦਾ ਹੋਵੋਗੇ ਤਾਂ ਮੁਰੀਦ ਬਣਿਆ ਜਾਣਾ। ਜੇ ਕੋਈ ਕਹੇ ਵੀ ਮੈਂ ਮੁਰੀਦ ਬਣਨਾ, ਤੇ ਫਿਰ ਮੈਂ ਕਰਕੇ ਮੁਰੀਦ ਨਹੀਂ ਬਣਿਆ ਜਾਣਾ, ਮੁਰਦਾ ਹੋਣਾ ਪੈਣਾ। ਮੁਰਦਾ ਦਾ ਮਤਲਬ ਸੀ ਪਹਿਲਾਂ ਮਰਨ ਕਬੂਲ, ਜੀਵਨ ਕੀ ਛੜਵਾਸ। ਤੇ ਭਾਈ ਸਾਹਿਬ ਜੀ ਕਹਿੰਦੇ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਗੱਲਾਂ ਨਾਲ ਮੁਰੀਦ ਨਹੀਂ ਬਣਿਆ ਜਾਂਦਾ। ਜੇ ਮੁਰੀਦ ਬਣਨਾ ਵਾਹਿਗੁਰੂ ਜੀ ਦੇ ਘਰ ਦਾ, ਤੇ ਆਪਣਾ ਆਪਾ ਮਾਰਨਾ ਪੈਣਾ, ਸਾਨੂੰ ਆਪਣੇ ਹਉਮੈ ਨੂੰ, ਆਪਣੇ ਹੰਕਾਰ ਨੂੰ ਮਾਰਨਾ ਪੈਣਾ। ਇਸ ਲਈ ਆਖਿਆ ਮਹਾਰਾਜ ਨੇ, ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਗੁਰ ਕਾ ਸ਼ਬਦ ਹਿਰਦੈ ਮੈਂ, ਜਿਹਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਵਸ ਜਾਏ, ਜਿਹਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਧਰਿਆ ਜਾਏ, ਫਿਰ ਉਹ ਜੀਵਤ ਹੁੰਦਾ ਹੈ। ਤੇ ਜਿਹੜਾ ਉਹ ਜੀਵਤ ਹੁੰਦਾ ਹੈ, ਉਹ ਦੁਬਾਰਾ ਨਹੀਂ ਮਰਦਾ, ਕਿਉਂਕਿ ਸ਼ਬਦ ਵਿੱਚ ਆਪਣਾ ਆਪਾ ਮਾਰ ਕੇ ਹੀ ਸਦਾ ਲਈ ਆਤਮਕ ਤਲ ਤੇ ਜੀਵਿਆ ਜਾਂਦਾ ਹੈ। ਗੁਰਮੁਖ ਲੇਵਹਿ ਸੱਚ ਪਛਾਨੇ। ਔਰ ਸੱਚ ਨੂੰ ਕੌਣ ਪਛਾਣਦੇ ਨੇ? ਜਿਹੜੇ ਕੁੜਿਆਰ ਜੀਵਨ ਵਾਲੇ ਨੇ, ਉਹ ਸੱਚ ਨੂੰ ਨਹੀਂ ਕੂੜ ਨੂੰ ਪਛਾਣ ਲੈਂਦੇ ਆ, ਪਰ ਸੱਚ ਨੂੰ ਸਚਿਆਰ ਹੀ ਪਛਾਣ ਸਕਦਾ ਹੈ। ਤਾਂ ਹੀ ਤੇ ਅਸੀਂ ਕਹਿੰਦੇ ਹਾਂ ਮਹਾਰਾਜ ਅਸੀਂ ਤੁਹਾਡੇ ਦਰ ਤੇ ਆਏ ਹਾਂ, ਕੁੜਿਆਰ ਬਣ ਕੇ ਆਏ ਹਾਂ, ਤੇ ਜਿੰਨਾ ਚਿਰ ਕੁੜਿਆਰ ਰਵਾਂਗੇ, ਕੁੜਿਆਰ ਕੁੜਿਆਰੀ ਜਾਇ ਰਲਿਆ ਕੂੜਿਆਂ ਵਿੱਚ ਹੀ ਜਾ ਕੇ ਰਲਦੇ ਰਵਾਂਗੇ। ਪਰ ਸਾਡੇ ਤੇ ਇੱਕ ਮਿਹਰ ਕਰ ਦਿਓ, ਕਿਵੇਂ ਸਚਿਆਰਾ ਹੋਈ ਹੈ, ਕਿਵੇਂ ਕੂੜ ਹੈ ਟੁੱਟਾ ਪਾਲ, ਸਾਡੀ ਕੂੜ ਦੀ ਪਾਲ ਹੀ ਤੋੜ ਦਿਓ। ਅਸੀਂ ਕੂੜ ਬਣ ਕੇ ਕੂੜ ਦੇ ਰਾਹ ਨਹੀਂ ਤੁਰਨਾ ਚਾਹੁੰਦੇ, ਅਸੀਂ ਸਚਿਆਰ ਬਣ ਕੇ ਸੱਚ ਦੇ ਰਾਹ ਤੁਰਨਾ ਚਾਹੁੰਦੇ ਹਾਂ। ਫਿਰ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਰਾਹੀਂ
ਸੱਚ ਨੂੰ ਪਛਾਣ ਲਿਆ, ਉਹ ਫਿਰ ਸੱਚ ਵਿੱਚ ਲੀਨ ਹੁੰਦੇ ਆ। ਭਾਵ ਗੁਰੂ ਦੇ ਗਿਆਨ ਰਾਹੀਂ ਹੀ ਸੱਚ ਨੂੰ ਪਛਾਣਿਆ ਜਾਂਦਾ ਹੈ। ਗੁਰਮੁਖ ਖੋਜਤ ਮਗ ਕੋ ਜਾਣੇ। ਜਿਹੜੇ ਗੁਰਮੁਖ ਸੱਚ ਨੂੰ ਪਛਾਣ ਲੈਂਦੇ ਨੇ, ਫਿਰ ਉਹ ਉਸੇ ਰਾਹ ਉੱਤੇ ਤੁਰ ਕੇ ਉਹਨੂੰ ਖੋਜਦੇ ਆ। ਉਹ ਜੰਗਲ ਵਿੱਚ ਨਹੀਂ ਜਾਂਦੇ, ਉਹ ਪਹਾੜਾਂ ਦੀ ਚੋਟੀ ਤੇ ਨਹੀਂ ਜਾਂਦੇ, ਉਹ ਬਾਹਰ ਦੇ ਆਸਣ ਨਹੀਂ ਲਾਉਂਦੇ, ਉਹ ਬਾਹਰੋਂ ਵਰਤ ਨਹੀਂ ਰੱਖਦੇ, ਉਹ ਬਾਹਰੋਂ ਦਰਿਆਵਾਂ ਦੇ ਤੀਰਥਾਂ ਦੇ ਕੰਢੇ ਤੇ ਜਾ ਕੇ ਨਹੀਂ ਬੈਠਦੇ। ਉਹਨਾਂ ਨੂੰ ਪਤਾ ਲੱਗ ਜਾਂਦਾ ਸੱਚ ਪਰਮੇਸ਼ਵਰ ਕਿੱਥੇ ਵਸਦਾ ਹੈ। ਫਿਰ ਉਹ ਆਪਣੇ ਅੰਦਰ ਹੀ ਉਹ ਸੱਚ ਨੂੰ ਉਸ ਮਾਰਗ ਤੇ ਤੁਰ ਕੇ ਖੋਜ ਕੇ ਉਹਨੂੰ ਪਾ ਲੈਂਦੇ ਆ, ਕਿਉਂਕਿ ਉਹ ਸੱਚ ਕਿੱਥੇ ਹੈ? ਉਹ ਸਾਡੇ ਹਿਰਦੇ ਦੇ ਵਿੱਚ ਹੈ। ਤੇ ਗੁਰੂ ਸਾਹਿਬ ਨੇ ਸਿੱਖਾਂ ਨੂੰ ਕੀ ਕਿਹਾ ਸੀ? ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। तो ਜਿਨ੍ਹਾਂ ਨੇ ਗੁਰਮੁਖ ਬਣ ਕੇ ਸੱਚ ਨੂੰ ਪਛਾਣ ਲਿਆ, ਗੁਰਮੁਖ ਖੋਜਤ ਮਗ ਕੋ ਜਾਣੇ, ਫਿਰ ਉਹ ਗੁਰਮੁਖ ਅੰਦਰ ਉਹਨੂੰ ਖੋਜਦੇ, ਉਸ ਰਾਹ ਨੂੰ ਪਛਾਣ ਲੈਂਦੇ ਆ ਕਿ ਉਸ ਰਾਹ ਤੇ ਸਰੀਰ ਵੀ ਨਹੀਂ ਜਾਣਾ। ਆ ਪੈਰ ਨਹੀਂ ਜਿਹੜੇ ਪੈਰਾਂ ਦੇ ਨਾਲ ਜਾਣਾ, ਉੱਥੇ ਜਾਣੀ ਆ ਸਾਡੀ ਸੁਰਤ। ਉਹ ਸੁਰਤ ਕਰਕੇ ਚੱਲਣਾ ਅੰਦਰ। ਇਸ ਲਈ ਗੁਰੂ ਦੇ ਸਨਮੁਖ ਹੋਣ ਵਾਲੇ ਉਸ ਰਸਤੇ ਨੂੰ ਖੋਜ ਕੇ ਉਸ ਮਾਰਗ ਤੇ ਤੁਰਦੇ ਆ, ਫਿਰ ਸੱਚ ਤੱਕ ਪਹੁੰਚ ਜਾਂਦੇ ਹਨ। ਮਨ ਮਾਰੇ ਇੰਦਰੀ ਬਸ ਹੋਈ। ਜਿੰਨਾ ਚਿਰ ਤੁਸੀਂ ਆਪਣੇ ਮਨ ਨੂੰ ਨਹੀਂ ਮਾਰੋਗੇ, ਉਹਨਾਂ ਚਿਰ ਇੰਦਰੀਆਂ ਵਸ ਨਹੀਂ ਹੋ ਸਕਦੀਆਂ। ਕਿਉਂਕਿ ਇੰਦਰੀਆਂ ਕਿਹਦੇ ਕੰਟਰੋਲ ਵਿੱਚ ਨੇ? ਮਨ ਦੇ। ਇੰਦਰੀਆਂ ਨੂੰ ਚਲਾ ਕੌਣ ਰਿਹਾ? ਮਨ। ਤੇ ਜਿਹੜਾ ਇੰਦਰੀਆਂ ਨੂੰ ਚਲਾਉਣ ਵਾਲਾ ਉਹਨੂੰ ਕਾਬੂ ਕਰ ਲਓ। ਜਿਹੜਾ ਇੰਦਰੀਆਂ ਨੂੰ ਚਲਾ ਰਿਹਾ, ਗਿਆਨ ਇੰਦਰੀ, ਕਰਮ ਇੰਦਰੀ, ਜਿਹਦੇ ਰਾਹੀਂ ਇਹ ਸਿਸਟਮ, ਇਹ ਮਸ਼ੀਨਰੀ ਜਿਹਦੇ ਰਾਹੀਂ ਚੱਲ ਰਹੀ ਹੈ, ਤੁਸੀਂ ਉਹਨੂੰ ਮੇਨ ਜਿਹੜਾ ਉਹਨੂੰ ਕਾਬੂ ਕਰੋ। ਅਸੀਂ ਇੰਦਰੀਆਂ ਨੂੰ ਕਾਬੂ ਨਹੀਂ ਕਰ ਸਕਾਂਗੇ। ਅਸੀਂ ਅੱਖਾਂ ਬੰਦ ਕਰ ਲਈਆਂ ਵੀ ਅੱਜ ਮੈਂ ਬੁਰਾ ਨਹੀਂ ਤੱਕਣਾ, ਪਰ ਜੇ ਮਨ ਨੇ ਅੰਦਰੋਂ ਕਹਿਤਾ ਅੱਖਾਂ ਆਪੇ ਖੁੱਲ ਜਾਣੀਆਂ ਨੇ। ਤੁਸੀਂ ਜਿੰਨਾ ਮਰਜ਼ੀ ਕੋਸ਼ਿਸ਼ ਕਰੋ ਵੀ ਮੈਂ ਇੱਧਰ ਉੱਧਰ ਨਹੀਂ ਵੇਖਣਾ, ਪਰ ਜੇ ਮਨ ਅੰਦਰ ਕਹੇਗਾ ਤੁਸੀਂ ਰਹਿ ਹੀ ਨਹੀਂ ਸਕੋਗੇ। ਅੱਜ ਮੈਂ ਜ਼ੁਬਾਨ ਤੋਂ ਕੋਈ ਮਾੜਾ ਬੋਲ ਨਹੀਂ ਬੋਲਣਾ, ਜੇ ਮਨ ਕਹੇਗਾ ਤੇ ਵਧੋ ਵਧੀ ਬੋਲਿਆ ਜਾਣਾ। ਕਹਿੰਦੇ ਆ ਨਾ ਵੀ ਮੈਨੂੰ ਪਤਾ ਹੀ ਨਹੀਂ ਲੱਗਾ ਮੈਂ ਕੀ ਬੋਲ ਗਿਆ, ਮੈਨੂੰ ਮਾਫ ਕਰਿਓ, ਮੈਨੂੰ ਪਤਾ ਹੀ ਨਹੀਂ ਲੱਗਾ। ਕਿਉਂ ਨਹੀਂ ਪਤਾ ਲੱਗਾ? ਕਿਉਂਕਿ ਮੇਰੇ ਵੱਸ ਨਹੀਂ ਸੀ, ਵੱਸ ਤਾਂ ਮਨ ਦੇ ਸੀ। ਜੇ ਮੇਰੇ ਵੱਸ ਹੁੰਦਾ ਤੇ ਮੈਂ ਕਦੇ ਵੀ ਐਸੇ ਬੋਲ ਬੋਲਦਾ ਹੀ ਨਾ, ਪਰ ਉਹ ਮੇਰੇ ਵੱਸ ਨਹੀਂ ਸੀ। ਨਾ ਚਾਹੁੰਦਿਆਂ ਵੀ ਐਸੇ ਬੋਲ ਬੋਲ ਬੈਠਾ, ਨਾ ਚਾਹੁੰਦਿਆਂ ਵੀ ਪੈਰ ਉਸ ਪਾਸੇ ਚਲੇ ਗਏ ਜਿਸ ਪਾਸੇ ਨਹੀਂ ਸੀ ਜਾਣੇ ਚਾਹੀਦੇ, ਨਾ ਚਾਹੁੰਦਿਆਂ ਵੀ ਹੱਥਾਂ ਤੋਂ ਬੇਈਮਾਨੀ ਹੋ ਗਈ, ਠੱਗੀਆਂ ਵੱਜ ਗਈਆਂ, ਨਾ ਚਾਹੁੰਦਿਆਂ ਵੀ, ਕਿਉਂਕਿ ਮਨ ਚਾਹੁੰਦਾ ਸੀ ਅੰਦਰ। ਇਸ ਲਈ ਮਹਾਰਾਜ ਕਹਿੰਦੇ ਜਿੰਨਾ ਚਿਰ ਮਨ ਨਹੀਂ ਨਾ ਮਾਰੋਗੇ, ਉਹਨਾਂ ਚਿਰ ਇੰਦਰੀਆਂ ਵਸ ਨਹੀਂ ਹੋਣੀਆਂ। ਮਨ ਕਾਬੂ ਕਰ ਲਓ, ਤੇ ਮਨ ਨੂੰ ਮਾਰਨਾ ਕੋਈ ਸੌਖੀ ਖੇਡ ਨਹੀਂ ਹੈ। ਮਨ ਨੂੰ ਕਾਬੂ ਕਰਨਾ ਇਹ ਇਦਾਂ ਜਿਵੇਂ ਪੂਰੀ ਸਾਰੀ ਦੁਨੀਆ ਨਾਲ ਲੜਨਾ ਹੋਵੇ। ਪੂਰੀ ਦੁਨੀਆ ਦੇ ਨਾਲ, ਇੱਕ ਮੁਲਕ ਦੇ ਨਾਲ ਨਹੀਂ, 2-4 ਮੁਲਕਾਂ ਦੇ ਨਾਲ ਨਹੀਂ। ਮਨ ਨੂੰ ਕਾਬੂ ਕਰਨ ਦਾ ਮਤਲਬ ਹੈ ਪੂਰੀ ਦੁਨੀਆ ਦੇ ਨਾਲ ਲੜਨਾ। ਇੰਨਾ ਪਾਵਰਫੁਲ ਹੈ ਮਨ। ਫਿਰ ਸਾਹਿਬ ਕਹਿੰਦੇ ਜਿੱਦਣ ਮਨ ਜਿੱਤ ਲਿਆ, ਉਦੋਂ ਜੱਗ ਜਿੱਤ ਲੋਗੇ। ਪਰ ਮਨ ਜਿੱਤਣਾ ਕਿਵੇਂ ਹੈ? ਗੁਰੂ ਦੇ ਸ਼ਬਦ ਰਾਹੀਂ। ਅਸੀਂ ਮਨ ਨੂੰ ਜਿੱਤਣਾ ਚਾਹੁੰਦੇ ਹਾਂ ਧਾਗੇ ਤਵੀਤਾਂ ਦੇ ਰਾਹੀਂ, ਇਦਾਂ ਨਹੀਂ ਜੇ ਮਨ ਜਿੱਤਿਆ ਜਾਣਾ। ਮਨ ਨੂੰ ਜਿੱਤਿਆ ਜਾਣਾ ਗੁਰੂ ਦੇ ਸ਼ਬਦ ਰਾਹੀਂ। ਫਿਰ ਮਨ ਜਿੱਤਾ, ਜਗ ਜੀਤ ਤੁਹਾਡੀ ਪੂਰੇ ਜਗਤ ਵਿੱਚ ਜਿੱਤ ਹੋ ਜਾਏਗੀ। ਸਾਹਿਬ ਜੀ ਕਹਿੰਦੇ ਮਨ ਨੂੰ ਮਾਰ ਕੇ, ਮਨ ਵਿੱਚੋਂ ਵਿਕਾਰਾਂ ਨੂੰ ਮਾਰ ਕੇ ਫਿਰ ਇੰਦਰੀਆਂ ਵਸ ਵਿੱਚ ਹੁੰਦੀਆਂ ਹਨ। ਮਨ ਤੇ ਮਨ ਮਾਨਤ ਹੈ ਸੋਈ। ਪਰ ਜੇ ਇਹ ਵੀ ਮਨ ਕਰਕੇ ਕੋਈ ਮੰਨ ਲਵੇ ਤਾਂ ਹੈ। ਜਿਵੇਂ ਜਪਜੀ ਸਾਹਿਬ ਦੀ ਬਾਣੀ ਚ ਮਹਾਰਾਜ ਕਹਿੰਦੇ ਨਾਮ ਬੜਾ ਪਵਿੱਤਰ ਹੈ, ਇਹ ਅੰਜਨ ਤੋਂ ਰਹਿਤ ਪਵਿੱਤਰ ਨਾਮ ਹੈ। ਪਰ ਜੇ ਮਨ ਕਰਕੇ ਮੰਨੋਗੇ ਤਾਂ ਹੈ, ਨਹੀਂ ਤਾਂ ਨਹੀਂ ਹੈ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ, ਮਨ ਕੋਏ ਮਨ ਕਰਕੇ ਮੰਨਣਾ ਵੀ ਪੈਣਾ। ਇਸ ਲਈ ਸਾਹਿਬ ਜੀ ਕਹਿੰਦੇ ਨੇ ਮਨ ਨੂੰ ਵਿੱਚੋਂ ਵਿਕਾਰ ਮਾਰਨੇ ਪੈਣਗੇ ਤਾਂ ਇੰਦਰੀਆਂ ਵਸ ਵਿੱਚ ਹੋਣਗੀਆਂ। ਔਰ ਮਨ ਵਿੱਚੋਂ ਵਿਕਾਰ ਤਾਂ ਮਰੇਗਾ ਜੇ ਮਨ ਰਾਜੀ ਹੋਏਗਾ। ਮਨ ਨੂੰ ਵੀ ਪਹਿਲਾਂ ਸਮਝਾਉਣਾ ਪਵੇਗਾ। ਕਥਨੇ ਤੇ ਅਕਥ ਤਹਿ ਰੂਪਾ। ਅਗਲਾ ਸਵਾਲ ਸੀ ਵੀ ਉਹਦਾ ਰੂਪ ਕੈਸਾ ਹੈ, ਜਿਹਨੇ ਆ ਸਾਰਾ ਸਰੂਪ ਆਕਾਰ ਕੁਦਰਤ ਦਾ ਬਣਾਇਆ। ਤੇ ਮਹਾਰਾਜ ਜੀ ਕਹਿੰਦੇ ਉਹਦਾ ਜਿਹੜਾ ਰੂਪ ਹੈ ਨਾ, ਕਥਨੇ ਤੇ ਅਕਥ ਤਹਿ ਰੂਪਾ, ਉਹਦੀ ਜਿਹੜੀ ਸੁੰਦਰਤਾ ਹੈ ਮਾਲਕ ਦੀ, ਉਹ ਸਾਡੇ ਤੋਂ ਕਥਨ ਨਹੀਂ ਹੋ ਸਕਦੀ। ਅਕਥ ਜੋ ਸਾਡੇ ਕਥਨ ਤੋਂ ਬਾਹਰ ਹੈ। ਅਸੀਂ ਨਹੀਂ ਦੱਸ ਸਕਦੇ ਆਪਣੇ ਬੋਲਾਂ ਰਾਹੀਂ ਕਿ ਉਹਦਾ ਸਰੂਪ ਕੈਸਾ ਹੈ, ਉਹਦਾ ਰੂਪ, ਉਹਦੀ ਸ਼ਕਲ, ਉਹਦੀ ਸੂਰਤ ਕੈਸੀ ਹੈ। ਅਸੀਂ ਬਿਆਨ ਨਹੀਂ ਕਰ ਸਕਦੇ, ਕਿਉਂਕਿ ਸਾਡੇ ਕੋਲ ਉਹ ਬੋਲ ਹੀ ਨਹੀਂ ਬਿਆਨ ਕਰਨ ਵਾਸਤੇ। ਸਾਡੇ ਕੋਲ ਸ਼ਬਦ ਹੀ ਨਹੀਂ। ਹਾਂ, ਜਿਸ ਦਿਨ ਤੁਸੀਂ ਦੀਦਾਰ ਕਰ ਲੋਗੇ ਨਾ, ਉਸ ਦਿਨ ਤੁਹਾਡਾ ਬੋਲ ਗੂੰਗੇ ਦੀ ਤਰ੍ਹਾਂ ਹੋ ਜਾਏਗਾ। ਫਿਰ ਤੁਸੀਂ ਬੋਲ ਕੇ ਨਹੀਂ ਦੱਸ ਸਕੋਗੇ, ਕਿਉਂਕਿ ਬੋਲਿਆ ਹੀ ਨਹੀਂ ਜਾਣਾ। ਫਿਰ ਜਿਹਨੇ ਚਾਕੀ ਸੋਈ ਜਾਣੇ ਗੂੰਗੇ ਕੀ ਮਠਿਆਈ, ਫਿਰ ਜਿਹਨੇ ਦੇਖ ਲਿਆ ਉਹ ਫਿਰ ਗੂੰਗੇ ਦੀ ਮਠਿਆਈ ਵਾਲੀ ਖੇਡ ਬਣ ਜਾਣੀ ਹੈ। ਵੀ ਮੈਂ ਕਿਵੇਂ ਦੱਸਾਂ? ਉਹਦੀ ਸੁੰਦਰਤਾ ਤਾਂ ਕਿਸੇ ਨਾਲ ਬਿਆਨ ਕੀਤੀ ਨਹੀਂ ਜਾ ਸਕਦੀ। ਹੁਣ ਸੁੰਦਰਤਾ ਨੂੰ ਦੱਸਣ ਲਈ ਕਿਸੇ ਦੂਜੇ ਦਾ ਹਵਾਲਾ ਤੇ ਦੇਣਾ ਪੈਣਾ ਨਾ, ਵੀ ਫਲਾਣਾ ਫਲਾਣੀ ਨਾਲੋਂ ਸੁੰਦਰ ਹੈ, ਫਲਾਣੇ ਦੀਆਂ ਅੱਖਾਂ ਫਲਾਣੀ ਨਾਲੋਂ ਸੁੰਦਰ ਨੇ, ਫਲਾਣੇ ਦਾ ਚਿਹਰਾ ਫਲਾਣੀ ਨਾਲੋਂ ਸੁੰਦਰ ਹੈ। ਤੇ ਮਾਲਕ ਦੀ ਸੁੰਦਰਤਾ ਕਿਹਦੇ ਨਾਲ ਬਿਆਨ ਕਰੋਗੇ? ਉਹਦੇ ਤੋਂ ਬਿਨਾਂ ਦੂਜਾ ਹੈ ਹੀ ਕੋਈ ਨਹੀਂ। ਫਿਰ ਉੱਥੇ ਗੂੰਗੇ ਦੀ ਮਠਿਆਈ ਵਾਲੀ ਖੇਡ ਬਣ ਜਾਣੀ ਹੈ। ਇਸ ਲਈ ਮਹਾਰਾਜ ਜੀ ਕਹਿੰਦੇ ਕਥਨੇ ਤੇ ਅਕਥ ਤੈ ਰੂਪਾ। ਗੋਰਖਨਾਥ ਜੀ ਉਸ ਅਕਾਲ ਪੁਰਖ ਪਰਮੇਸ਼ਵਰ ਦਾ ਜਿਹੜਾ ਰੂਪ ਹੈ ਉਹ ਕਥਨ ਤੋਂ ਪਰੇ ਹੈ। ਨਿਰੰਕਾਰ ਜਹ ਤ੍ਰਿਤ ਅਨੂਪਾ। ਉਹ ਆਕਾਰ ਤੋਂ ਰਹਿਤ ਹੈ, ਉਹਦਾ ਕੋਈ ਆਕਾਰ ਨਹੀਂ। ਨਿਰ ਪਲਸ ਆਕਾਰ ਨਿਰੰਕਾਰ, ਰੂਪ ਨਾ ਰੇਖ ਨਾ ਰੰਗ ਕੇ ਚਤੁਰੈ ਗੁਣ ਤੇ ਪ੍ਰਭ, ਭਿੰਨ ਉਹ ਤਿੰਨਾਂ ਗੁਣਾਂ ਤੋਂ ਭਿੰਨ ਹੈ, ਵੱਖਰਾ ਹੈ। ਇਸ ਲਈ ਮਹਾਰਾਜ ਜੀ ਕਹਿੰਦੇ ਨੇ ਉਹਦੇ ਚਰਿਤ ਨੇ, ਆ ਸਾਰੇ ਕੌਤਕ ਉਹਦੇ ਨੇ। ਸਭੇ ਰੰਗ ਨਾਰਾਇਣ ਨੇ ਜਿਤੇ ਮਨ ਭਵਨ, ਆ ਸਾਰੇ ਰੰਗ ਉਹਦੇ ਹੀ ਨੇ। ਜਿੰਨੇ ਵੀ ਰੰਗ ਬਰੰਗੀ ਦੁਨੀਆ ਦੇਖ ਰਹੇ ਆ, ਇਹ ਸਾਰੀ ਉਹਦੀ ਹੈ, ਪਰ ਉਹਦਾ ਆਪਣਾ ਕੋਈ ਰੰਗ ਨਹੀਂ। ਇਹ ਜਿੰਨੀ ਵੀ ਸ਼ਕਲ ਸੂਰਤ ਹੈ ਸਾਰੀ ਉਹਦੀ ਵੀ ਬਣਾਈ ਹੈ, ਪਰ ਉਹਦਾ ਆਪਣਾ ਕੋਈ ਨਹੀਂ। ਇਸ ਲਈ ਸਾਹਿਬ ਜੀ ਕਹਿੰਦੇ ਆ ਵੀ ਉਹ ਚਰਿੱਤ ਸਾਰੇ ਉਹਦੇ ਨੇ, ਪਰ ਉਹ ਹੁਕਮਾਂ ਤੋਂ ਰਹਿਤ ਹੈ। ਅਨੂਪ, ਅਨੂਪ ਦਾ ਅਰਥ ਹੁੰਦਾ ਜਿਹਦੀ ਹੁਕਮਾਂ ਨਾ ਕੀਤੀ ਜਾ ਸਕੇ। ਪਰਮੇਸ਼ਵਰ ਹੁਕਮਾਂ ਤੋਂ ਰਹਿਤ ਹੈ। ਨਿਸ ਦਿਨ ਜਪ ਨਿਰੰਕਾਰ ਕੋ, ਇਸ ਤੇ ਪਰੇ ਨ ਕਾ। ਇਸ ਤੋਂ ਉੱਚਾ ਕਰਮ ਹੋਰ ਕੋਈ ਵੀ ਨਹੀਂ ਹੈ। ਕੀ ਕਰੀਏ? ਨਿਸ ਦਿਨ ਉਸ ਨਿਰੰਕਾਰ ਨੂੰ ਜਪਿਆ ਕਰੋ। ਨਿਸ ਦਿਨ, ਦਿਨ ਰਾਤ, ਹਰ ਵੇਲੇ ਉਸ ਪਰਮੇਸ਼ਵਰ ਨੂੰ ਜਪਿਆ ਕਰੋ, ਜਿਹਦਾ ਅੰਤ ਕੋਈ ਨਹੀਂ ਪਾ ਸਕਦਾ, ਜਿਹਦੀ ਸੁੰਦਰਤਾ ਨੂੰ ਕੋਈ ਦੱਸ ਨਹੀਂ ਸਕਦਾ, ਜਿਹਦੀ ਤਸਵੀਰ ਕੋਈ ਨਹੀਂ ਬਣਾ ਸਕਦਾ, ਜਿਹਦੀ ਸ਼ਕਲ ਸੂਰਤ ਕੋਈ ਨਹੀਂ ਬਣਾ ਸਕਦਾ। ਮਹਾਰਾਜ ਕਹਿੰਦੇ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਕੋ, ਤੂੰ ਠਾਕੁਰ ਊਚ ਭਗਵਾਨ। ਉਹ ਤੇ ਇੰਨਾ ਉੱਚੀ ਅਵਸਥਾ ਦਾ ਮਾਲਕ ਹੈ ਕਿ ਉਹਦੀ ਤਾਂ ਹੁਕਮਾਂ ਵੀ ਅਸੀਂ ਨਹੀਂ ਕਰ ਸਕਦੇ। ਕਰੋੜਾਂ 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 ਵਾਰ ਵੀ ਉਹਦੇ ਗੁਣ ਗਾਲਾਂਗੇ ਤਾਂ ਵੀ ਇਦਾਂ ਲੱਗਣਾ ਕੁਝ ਨਹੀਂ ਗਾਇਆ ਹਜੇ। ਕਥਨਾ ਕਥੀ ਨਾ ਆਵੇ ਕੋਟ ਕਥ ਕਥ ਕਥੀ ਕੋਟੀ ਕੋਟ ਕੋਟ, ਕਰੋੜਾਂ ਕਰੋੜਾਂ ਵਾਰ ਵੀ ਗੁਣ ਗਾ ਕੇ ਆਖਿਆ ਵੀ ਨਹੀਂ ਬਹੁਤਾ ਕਹੀਏ ਬਹੁਤਾ ਹੋਏ, ਉਹ ਤਾਂ ਹਜੇ ਹੋਰ ਬਹੁਤਾ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਇਸ ਲਈ ਮਹਾਰਾਜ ਜੀ ਕਹਿੰਦੇ ਕੀ ਕਰੋ? ਨਿਸ ਦਿਨ ਜਪ ਨਿਰੰਕਾਰ ਕੋ। ਤੁਸੀਂ ਸਾਰੇ ਇਹ ਯੋਗ ਸਾਧਨਾ ਆਪਣੀ ਕਰਦੇ ਹੋ, ਇਵੇਂ ਨਹੀਂ ਉਹਨੂੰ ਪਾਇਆ ਜਾਣਾ, ਉਹਨੂੰ ਦਿਨ ਰਾਤ ਸਿਮਰਿਆ ਕਰੋ।
ਦਿਨ ਰਾਤ ਉਹਦੇ ਨਾਮ ਦਾ ਜਾਪ ਕਰਿਆ ਕਰੋ। ਇਸ ਤੇ ਪਰੇ ਨਾ ਕਾਜ, ਇਸ ਤੋਂ ਕੋਈ ਹੋਰ ਵੱਡਾ ਉੱਚਾ ਕਰਮ ਨਹੀਂ ਹੈ। ਸਭ ਤੋਂ ਉੱਤਮ ਕਰਮ ਹੀ ਇਹ ਹੈ ਕਿ ਪਰਮੇਸ਼ਵਰ ਦਾ ਨਾਮ ਦਿਨ ਰਾਤ ਸਿਮਰਿਆ ਜਾਏ। ਅਰਦਾਸ ਕਰਿਆ ਕਰੋ, ਵਿਸਰ ਨਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ, ਤਾਂ ਇਹ ਭਵਜਲ ਤੋਂ ਪਾਰ ਉਤਾਰਾ ਹੁੰਦਾ ਹੈ। ਹੁਕਮੇ ਆਵਹਿ ਜਾਵਈ, ਹੁਕਮ ਸਮਾਏ ਵਿਚਾਰ। ਮਾਰੇ ਕਹਿੰਦੇ ਜੀਵ ਆਤਮਾ ਉਹਦੇ ਹੁਕਮ 'ਚ ਆਈ ਹੈ, ਉਹਦੇ ਹੁਕਮ ਦੇ ਵਿੱਚ ਹੀ ਇਹਨੇ ਜਾਣਾ ਹੈ ਤੇ ਉਹਦੇ ਹੁਕਮ ਵਿੱਚ ਹੀ ਜਾ ਕੇ ਉਹਦੇ ਵਿੱਚ ਸਮਾ ਜਾਣਾ। ਉਹਦੇ ਹੁਕਮ ਤੋਂ ਬਗੈਰ ਨਹੀਂ, ਅਸੀਂ ਆਪਣੀ ਮਰਜ਼ੀ ਨਾਲ ਉਹਦੇ ਵਿੱਚ ਨਹੀਂ ਸਮਾ ਸਕਦੇ ਜਿੰਨਾ ਚਿਰ ਉਹ ਆਪ ਹੁਕਮ ਨਹੀਂ ਕਰੇਗਾ। ਇਹ ਹੁਕਮ ਕਿਹਨਾਂ ਲਈ ਕਰੇਗਾ? ਜਿਹੜੇ ਗੁਰੂ ਵਾਲੇ ਬਣ ਜਾਣਗੇ, ਜਿਹੜੇ ਗੁਰੂ ਦੀ ਮੱਤ ਲੈ ਕੇ ਭੈੜੀ ਮੱਤ ਖਤਮ ਕਰਨਗੇ, ਉਹਨਾਂ ਲਈ ਹੁਕਮ ਹੋਏਗਾ ਵੀ ਇਹ ਆ ਕੇ ਮੇਰੇ ਵਿੱਚ ਸਮਾ ਸਕਦੇ ਆ। ਆਪ ਖਰੇ ਖਜ਼ਾਨੇ 'ਚ ਪੈਂਦੇ ਆ, ਖੋਟੇ ਨਹੀਂ ਪੈਂਦੇ। ਖੋਟੇ ਸੱਟੀਏ, ਵਾਰ-ਵਾਰ ਹੁਕਮ ਹੋਇਆ ਕਿ ਖੋਟਿਆਂ ਨੂੰ ਫਿਰ ਭੇਜ ਦਿਓ ਜਨਮ ਮਰਨ ਦੇ ਵਿੱਚ, ਤੇ ਜਿਹੜੇ ਖਰੇ ਨੇ ਉਹਨਾਂ ਨੂੰ ਖਜ਼ਾਨੇ ਵਿੱਚ ਰਲਾ ਲਓ। ਖਰੇ ਖਜ਼ਾਨੇ ਪਾਈਏ, ਖੋਟੇ ਸੱਟੀਆਂ ਵਾਰ-ਵਾਰ। ਇਸ ਲਈ ਮਾਰੇ ਕਹਿੰਦੇ ਜੀਵ ਆਤਮਾ ਉਹਦੇ ਹੁਕਮ ਵਿੱਚ ਆਈ ਹੈ, ਉਹਦੇ ਹੁਕਮ ਵਿੱਚ ਹੀ ਉਹਨੇ ਜਾਣਾ ਹੈ, ਉਹਦੇ ਹੁਕਮ ਵਿੱਚ ਹੀ ਸਮਾਉਣਾ ਹੁੰਦਾ ਹੈ। ਸੁਨ ਗੋਰਖ ਪੁਨ ਬਚਨ ਉਚਾਰੇ। ਕਹਿੰਦੇ ਨੇ ਇਸ ਤਰ੍ਹਾਂ ਫਿਰ ਗੋਰਖਨਾਥ ਗੁਰੂ ਨਾਨਕ ਸਾਹਿਬ ਜੀ ਤੋਂ ਸਾਰੇ ਸਵਾਲਾਂ ਦੇ ਜਦੋਂ ਜਵਾਬ ਲੈ ਲਏ ਤੇ ਉਹਨੇ ਹੱਥ ਜੋੜ ਕੇ ਆਖਿਆ, ਸਿੱਧ ਬੋਲਣ ਸ਼ੁਭ ਵਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਤੁਸੀਂ ਵੱਡੀ ਕਮਾਈ ਵਾਲੇ ਹੋ ਜੋ ਇਹ ਸਾਰੇ ਜਵਾਬ ਦੇ ਦਿੱਤੇ, ਕਿਉਂਕਿ ਜੇ ਤੁਹਾਡੀ ਕਮਾਈ ਏਡੀ ਵੱਡੀ ਨਾ ਹੁੰਦੀ ਤੇ ਫਿਰ ਜਵਾਬ ਦੇਣੇ ਔਖੇ ਹੋ ਜਾਣੇ ਸਨ। ਕੋਈ ਐਸਾ ਸਵਾਲ ਦਾ ਜਵਾਬ ਨਹੀਂ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਨਾ ਹੋਵੇ। ਹਰ ਸਵਾਲ ਦਾ ਜਵਾਬ ਹੈ, ਪਰ ਗੁਰਬਾਣੀ ਨੂੰ ਪੜ੍ਹਨ, ਸੁਣਨ ਤੇ ਵਿਚਾਰਨ ਦੀ ਲੋੜ ਹੈ। ਜਿਵੇਂ ਜਿਵੇਂ ਵਿਚਾਰਦੇ ਜਾਓਗੇ ਤਿਵੇਂ ਤਿਵੇਂ ਤੁਹਾਨੂੰ ਹਰ ਸਵਾਲ ਦੇ ਜਵਾਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਮਿਲਦੇ ਜਾਣਗੇ, ਕਿਉਂਕਿ ਇਹ ਪ੍ਰਗਟ ਗੁਰਾਂ ਕੀ ਦੇਹ ਹੈ, ਜੋ ਪ੍ਰਭ ਕੋ ਮਿਲਵੋਚ ਹੈ, ਖੋਜ ਸ਼ਬਦ ਮੈਂ ਲੈ ਬੜੀ ਖੇਡ ਹੈ। ਐਸੇ ਦੀਨ ਦਿਆਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਆਪ ਵੀ ਜੁੜਿਆ ਕਰੀਏ, ਹੋਰਾਂ ਨੂੰ ਵੀ ਜੋੜੀਏ, ਤਾਂ ਕਿ ਗੁਰਬਾਣੀ ਦਾ ਅਭਿਆਸ ਕਰਦੇ ਹਾਂ ਸਾਡਾ ਜੀਵਨ ਲਿਖੇ ਵਿੱਚ ਲੱਗ ਸਕੇ। ਅੱਗੇ ਗੁਰੂ ਸਾਹਿਬ ਕੀ ਕਿਰਪਾ ਵਰਤਾਉਂਦੇ ਆ ਉਹ ਅਗਲੇ ਇਤਿਹਾਸ ਵਿੱਚ ਜਾਣਨ ਦਾ ਯਤਨ ਕਰਾਂਗੇ। ਬੇਨਤੀਆਂ ਕਰੋ ਮਾਲਕ ਦੇ ਚਰਨਾਂ ਵਿੱਚ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ, ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸਭਨਾਂ ਦੀਆਂ ਹਾਜ਼ਰੀਆਂ ਲਿਖੇ ਲਾਉਣ, ਨਾਮ ਬਾਣੀ ਦੇ ਨਾਲ ਜੋੜੀ ਰੱਖਣ, ਤਾਂ ਕਿ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦੇ ਹਾਂ, ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਮਿਹਰ ਦਾ ਹੱਥ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।